ਇਸੇ ਲਈ ਗੁਰੂ ਸਾਹਿਬ ਨੇ ਇੱਕ ਚਿਤਰਾਂ ਦੇ ਵਿੱਚ ਹੀ, ਚਰਿੱਤਰ ਤਾਂ ਨਹੀਂ ਕਹਿ ਸਕਦੇ, ਬਚਿੱਤਰ ਨਾਟਕ ਦੇ ਵਿੱਚ ਕਹਿ ਲਓ, ਜਿਹੜਾ ਹੈਗਾ ਦੱਤਾਤਰੀ ਅਵਤਾਰ, ਉਹਦੇ 'ਚ ਉਹਨਾਂ ਨੇ ਉਹਦੇ ਵਿਵੇਕ ਅਤੇ ਅਵਿਵੇਕ ਦੀ ਲੜਾਈ ਦਿਖਾਈ ਹੈ। ਅਤੇ ਉਹਦੇ ਵਿੱਚ ਹੀ ਉਹਨਾਂ ਨੇ ਦਿਖਾਇਆ ਕਿ ਉਹਦੇ 24 ਗੁਰੂ ਧਾਰੇ ਨੇ, 24 ਅਵਤਾਰਾਂ ਦੇ ਪੈਰਲ 'ਚ ਉਹਨਾਂ ਨੇ ਰੱਖ ਕੇ ਅਲੰਕਾਰ ਦੇ ਤੌਰ 'ਤੇ ਯੂਜ਼ ਕੀਤਾ ਗਿਆ ਦੱਤਾਤਰੀ ਅਵਤਾਰ। ਇਸੇ ਲਈ ਗੁਰੂ ਸਾਹਿਬ ਨੇ ਉਸ ਦੀ ਦੱਤਾਤਰੀ ਅਵਤਾਰ ਦੇ ਕੁਝ ਪੇਜ ਆਪਣੇ ਹੱਥੀਂ ਲਿਖੇ ਨੇ। ਜਿਹੜੀ ਦਮਦਮੀ ਬੀੜ ਹੈ ਨਾ ਗੁਰੂ ਦਸਮ ਗ੍ਰੰਥ ਸਾਹਿਬ ਦੀ, ਉਹ 'ਚ ਮੇਰੇ ਖਿਆਲ 18 ਕਿ 19 ਲਾਈਨਾਂ ਨੇ, 17, ਉਹ 17 ਦੇ ਦੋਵਾਂ ਪਾਸੇ ਨੰਬਰਿੰਗ ਹੈ। ਅਤੇ ਇਹ ਜਿਹੜਾ ਦੱਤਾਤਰੀ ਅਵਤਾਰ ਦੀ ਤਸਵੀਰ ਹੈ ਗੁਰੂ ਸਾਹਿਬ ਦੇ ਹੱਥ ਲਿਖੀ, ਉਹਦੇ 'ਚ ਵੀ 19, 17 ਦੋਵਾਂ ਪਾਸੇ ਨੰਬਰਿੰਗ ਦਿੱਤੀ ਹੋਈ ਹੈ, ਸ਼ਬਦਧਾਰੇ 'ਚ ਵੀ ਦਿੱਤੀ ਹੋਈ ਹੈ, ਮੈਂ ਆਪਣੀ ਕਿਤਾਬ 'ਚ ਦਿੱਤੇ ਨੇ ਉਹ। ਇਸ ਤੋਂ ਬਾਅਦ ਨਾਲ ਹੀ ਤੁਸੀਂ ਦੂਸਰਾ ਜਿਹੜਾ ਅਵਤਾਰ ਸ਼ੁਰੂ ਕਰਦੇ ਨੇ ਉਹ ਹੈ ਪਾਰਸਨਾਥ ਅਵਤਾਰ। ਪਾਰਸਨਾਥ ਅਵਤਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਪਜੀ ਸਾਹਿਬ 'ਚ ਗੱਲ ਆਉਂਦੀ ਹੈ ਨਾ, ਮਨ ਜੀਤੇ ਜਗਜੀਤ, ਇਹ 28, 29, 30 ਪੌੜੀਆਂ ਜਪਜੀ ਸਾਹਿਬ ਦੀਆਂ, ਇਹ ਗੁਰੂ ਨਾਨਕ ਦੇਵ ਜੀ ਨੇ ਯੋਗ ਮਤ ਅਤੇ ਸਿੱਖ ਮਤ ਦੇ ਵਿੱਚ ਜਿਹੜੇ 11 ਡਿਫਰੈਂਸ ਨੇ ਨਾ, ਉਹਨਾਂ ਨੂੰ ਉਜਾਗਰ ਕੀਤਾ। ਇਹ ਜੇ ਇਹਦਾ ਫਿਲੋਸਫੀਕਲ ਇੰਟਰਪ੍ਰੀਟੇਸ਼ਨ ਕੀਤਾ ਜਾਏ, ਫਲਸਫੇ ਨੂੰ ਦੇਖਿਆ ਜਾਏ, ਅਤੇ ਮਨ ਜੀਤੇ ਜਗਜੀਤ ਦਾ ਜਿਹੜਾ ਫਲਸਫਾ ਹੈ ਉਹ ਪਾਰਸਨਾਥ ਅਵਤਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਉਜਾਗਰ ਕਰਦੇ ਨੇ। ਪੜ੍ਹ ਕੇ ਦੇਖ ਲੈਣਾ, ਅਗਰ ਮੈਂ ਗਲਤ ਹੋਵਾਂ ਤਾਂ ਮੈਨੂੰ ਕੋਈ ਵੀ ਪੁਆਇੰਟ ਆਊਟ ਕਰ ਸਕਦਾ ਬੰਦਾ। ਹੁਣ 405 ਚਰਿੱਤਰ ਨੇ, ਠੀਕ ਹੈ। 405 ਚਰਿੱਤਰ 'ਚ ਤੁਸੀਂ ਦੇਖੋਗੇ ਕਿ ਗੁਰੂ ਇਹ ਕਿਸ 'ਚ ਹੈ, ਥਰਡ ਪਰਸਨ ਅਕਾਊਂਟ ਨਹੀਂ ਹੈ, ਇਹ ਥਰਡ ਪਰਸਨ ਅਕਾਊਂਟ ਹੈ, ਫਸਟ ਪਰਸਨ ਅਕਾਊਂਟ ਨਹੀਂ ਹੈ। ਜਿਹੜਾ ਕਿ 23, 24, 25 ਚਰਿੱਤਰ ਦੇ ਵਿੱਚ ਗੁਰੂ ਸਾਹਿਬ ਨੂੰ ਬਣਾਤਾ। ਇਹ 10 ਜਿਹੜੇ ਨੇ ਚਰਿੱਤਰ ਨਾ ਤ੍ਰਿਆ ਚਿੱਤਰ ਪਖਿਆਨ 'ਚ, ਉਹ ਹੈਗੇ ਨੇ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਆਲੇ ਦੁਆਲੇ ਦੇ ਵਿੱਚ। ਅਤੇ ਇਹ ਜਿਹੜੀ ਕਿੱਸਾ ਰੂਪ ਕੌਰ ਦੇ 3 ਚਰਿੱਤਰ ਨੇ, ਹਾਲਾਂਕਿ ਸਾਹ ਕਪੂਰ ਸਿੰਘ ਨੇ 1952 ਦੇ ਵਿੱਚ ਇਹਦਾ ਪੂਰਾ ਡਿਟੇਲ ਪੇਪਰ ਦਿੱਤਾ, ਪਰ ਸਾਡੀ ਬੁੱਧੀ ਨਹੀਂ ਨਾ ਕੰਮ ਕਰਦੀ। ਅਸੀਂ ਕਿਹਾ ਵੀ ਚੱਲ ਸ਼ਾਇਦ ਕਪੂਰ ਸਿੰਘ ਨੂੰ ਭੁੱਲ ਗਏ ਹੋਣਗੇ, ਅਸੀਂ ਵੀ ਨਵੀਂ ਥਿਊਰੀ ਦੇ ਦਈਏ। ਇਹ ਤਾਂ ਗੁਰੂ ਸਾਹਿਬ ਸਨ। ਬੜੀ ਜ਼ੋਰਾਂ ਸ਼ੋਰਾਂ ਨਾਲ ਬੰਗਲਾ ਸਾਹਿਬ ਦੀ ਸਟੇਜ ਤੋਂ ਉਹ ਗਿਆਨੀ ਜਗਤਾਰ ਸਿੰਘ ਜਾਚਕ ਅੱਖਾਂ ਮਟਕਾ ਮਟਕਾ ਕੇ ਨਾ ਦੇ ਰਿਹਾ ਸੀ ਕਿ ਜੀ ਉੱਥੋਂ ਦਾ ਰਾਏ ਕੌਣ ਸੀ ਅਨੰਦਪੁਰ ਸਾਹਿਬ ਦਾ, ਕਿਉਂਕਿ ਗੁਰੂ ਸਾਹਿਬ ਨੂੰ ਫਿੱਟ ਕਰਨਾ ਚਾਹੁੰਦੇ ਸੀ ਉਸ ਚਰਿੱਤਰ ਦੇ ਵਿੱਚ। ਅਤੇ ਜੇ ਤਾਂ ਗੁਰੂ ਸਾਹਿਬ ਉਹ ਆਪ ਹੁੰਦੇ, ਮੈਂ ਤਾਂ ਇੱਕ ਐਗਜ਼ਾਮਪਲ ਦਿੰਦਾ, ਸਰਬ ਕਲਾ ਸਮਰੱਥ ਗੁਰੂ, ਇਹ ਪਹਿਲੀ ਗੱਲ ਥਰਡ ਪਰਸਨ ਅਕਾਊਂਟ ਜਾਂ ਫਸਟ ਪਰਸਨ ਅਕਾਊਂਟ ਨਹੀਂ ਹੈ। ਆਪਣੀ ਕਥਾ ਵਾਂਗੂ ਆਪਣੀ ਕਥਾ 'ਚ ਪਾ ਸਕਦੇ ਸੀ ਮੇਰੇ ਨਾਲ ਇਸ ਤਰ੍ਹਾਂ ਐਨਕਾਊਂਟਰ ਹੋਇਆ, ਪਰ ਜਿਹੜਾ ਗੁਰੂ ਸਰਬ ਕਲਾ ਸਮਰੱਥ ਹੈ, ਜਿਸ ਦੀ ਜੋਤ ਪਰਮ ਜੋਤ ਦੇ ਨਾਲ ਇੱਕਮਿਕ ਹੋਈ ਹੈ, ਜੇ ਅਸੀਂ ਗੰਜਨਾਮਾ ਪੜ੍ਹੀਏ, ਅਤੇ ਉਹ ਜੋਤ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਮਾਲਕ ਦੇ ਹੁੰਦੇ ਸੁਣਦੇ ਇੱਕ ਵੇਸਵਾ ਦੇ ਕੋਠੇ 'ਤੇ ਜਾ ਕੇ ਮੰਤਰ ਲੈਣਾ, ਉਹ ਵੀ ਭੇਸ ਬਦਲ ਕੇ। ਇਹ ਤਾਂ ਇਹਨਾਂ ਨੂੰ ਤਾਂ ਹਜ਼ਮ ਹੋ ਸਕਦੀ ਹੈ ਜਿਨ੍ਹਾਂ ਨੇ ਕੁਤਰਕ ਦੇਣੇ ਨੇ, ਆਮ ਸਿੱਖ ਨੂੰ ਨਹੀਂ ਹਜ਼ਮ ਹੋ ਸਕਦੀ, ਕਿਉਂ ਮੰਤਰ ਲੈਣ ਗਏ ਮੰਤਰ ਸਿੱਧੀ ਲਈ, ਅਤੇ ਫਿਰ ਭੰਗ ਵੀ ਪੀ ਰਹੇ ਨੇ। ਭੰਗ ਦਾ ਵੀ ਜਿਹੜਾ ਉਹ ਅਫੀਮ ਦਾ ਅਤੇ ਭੰਗ ਦਾ ਉਹ ਸੇਵਨ ਵੀ ਕਰ ਰਹੇ ਨੇ, ਜਦ ਕਿ ਗੁਰੂ ਸਾਹਿਬ ਤ੍ਰਿਆ ਚਿੱਤਰ ਪਖਿਆਨ ਦੇ ਵਿੱਚ ਹੀ ਇਹਦਾ ਜ਼ਿਕਰ ਕਰਦੇ ਨੇ ਕਿ ਵੀ ਸ਼ਰਾਬ ਛੱਡ ਕੇ ਸੁੱਖ ਪਾਓਗੇ। ਇੱਕ ਚਿੱਤਰ ਹੋਰ ਸੀ, ਉਹਦਾ ਜ਼ਿਕਰ ਬੜੀ ਪੁਰਾਣੀ ਗੱਲ ਹੈ, ਮੈਨੂੰ ਯਾਦ ਹੈ, ਗੁਰੂ ਯੂਨੀਵਰਸਿਟੀ ਤੋਂ ਸੀ ਕੋਈ ਮਿਸਟਰ ਬੱਲ, ਉਹਨਾਂ ਨੇ ਕਿਹਾ ਜੀ ਗੁਰੂ ਸਾਹਿਬ ਨੇ ਇੱਥੇ ਭੰਗ ਦਾ ਸੇਵਨ ਦੀ ਗੱਲ ਕੀਤੀ ਹੈ, ਅਤੇ ਚਰਿੱਤਰ ਪੜ੍ਹੋਗੇ ਸੇਵਨ ਨਹੀਂ ਸੀ, ਉਹਦੇ 'ਚ ਇੱਕ ਖੂਬਸੂਰਤ ਔਰਤ ਇੱਕ ਪੰਡਤ ਨੂੰ ਭਰਮਾ ਰਹੀ ਹੈ। ਪੰਡਤ ਨੇ ਉਹਨੂੰ ਰਜਿਸਟ ਕੀਤਾ, ਪਰ ਜਦੋਂ ਉਸ ਨੂੰ ਭੰਗ ਖਵਾਈ ਅਤੇ ਪੰਡਤ ਜੀ ਆਪਣਾ ਕਰੈਕਟਰ ਖੋ ਬੈਠੇ। ਹੁਣ ਇੱਥੇ ਕੀ ਹੈ, ਉਹਦਾ ਭੰਗ ਦਾ ਸੇਵਨ ਜਿਹੜਾ ਹੈ ਉਸ ਨੂੰ ਇੱਕ ਲਾਹਨਤ ਦੇ ਤੌਰ 'ਤੇ ਦੱਸਿਆ ਕਿ ਉਸਦਾ ਸੇਵਨ ਦਾ ਪ੍ਰਚਾਰ ਕੀਤਾ ਗਿਆ। ਅਸੀਂ ਪ੍ਰਚਾਰ ਉਲਟ ਕਰ ਰਹੇ ਹਾਂ, ਗੁਰੂ ਦੇ ਮੂੰਹ 'ਚ ਆਪਣੀਆਂ ਗੱਲਾਂ ਪਾਉਣ ਨੂੰ ਕਰਦੇ ਹਾਂ। ਸੋ ਇਹ ਜਿਹੜਾ ਚਰਿੱਤਰ ਸੀ ਉਹ 'ਚ ਗੁਰੂ ਸਾਹਿਬ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ।
ਹੁਣ ਗੁਰੂ ਸਾਹਿਬ ਜਦ ਆਪ ਨਹੀਂ ਹੈ, ਉਹ ਮਤਲਬ ਕਿ ਦੇਖੋ ਨਾ ਵੀ ਇੱਕ ਬੰਦਾ ਸਭ ਲੋਕਾਂ ਸਮਰੱਥ ਹੋਵੇ ਤੇ ਉਹ ਮੰਤਰ ਸਿੱਧੀ ਲਈ ਸਿੱਧੀਆਂ ਸਿੱਧੀਆਂ ਦਾ ਮਾਲਕ ਹੋਵੇ ਤੇ ਆਪਣੀਆਂ ਰਾਈਟਿੰਗਸ 'ਚ ਉਹ ਇਹ ਸਾਰੇ ਜਿਹੜੇ ਯੋਗ ਮਤ ਜਿਹੜਾ ਹੈ ਇਹ ਤੰਤਰ ਮੰਤਰ ਜੰਤਰ ਉਹਦੀ ਉਹ ਭਸਨਾ ਵੀ ਕਰਦਾ ਹੋਵੇ ਤੇ ਉਸ ਦੀ ਪ੍ਰਾਪਤੀ ਲਈ ਉਹ ਜਾ ਰਿਹਾ ਇੱਕ ਵੇਸਵਾ ਦੇ ਕੋਠੇ ਤੇ। ਇਹ ਗੁਰੂ ਦਾ ਅਕਸ ਵਿਗਾੜ ਰਹੇ ਹੋ ਜਾਂ ਉਸ ਦਾ ਅਕਸ ਠੀਕ ਕਰ ਰਹੇ? ਤੇ ਸਾਡੇ ਆ ਜਿਹੜੇ ਭਗਤੀ ਤੇਰੀ ਭੰਡਾਰ ਕਹਿਣ ਵਾਲੇ ਵਿਦਵਾਨ, ਉਹਨਾਂ ਨੇ ਲਿਖਤਾ ਕਿ ਜੀ ਮੇਰੇ ਸਵਾਲ ਦੇ ਵਿੱਚ ਮੈਂ ਇੱਕ ਪੋਸਟ ਪਾਈ ਕਿ ਜੀ ਸਿੱਖ ਸੰਪਰਦਾ ਦਾ ਅਨੰਦਪੁਰ 'ਚ ਮੋਢੀ ਕੌਣ ਸੀ? ਹੁਣ ਇਹਨਾਂ ਲਈ ਗੁਰੂ ਪੰਥ ਸੰਪਰਦਾ ਬਣ ਗਈ। ਜਦੋਂ ਝੂਠ ਬੋਲਣਾ ਹੈ ਨਾ, ਬੜੇ ਬੜੇ ਨਵੇਂ ਘਾਟਾਂ ਘੜਨੀਆਂ ਪੈਂਦੀਆਂ ਨੇ। ਸੰਪਰਦਾ ਸਿੱਖਾਂ ਦਾ ਹਿੱਸਾ ਹੈ, ਗੁਰੂ ਪੰਥ ਦਾ ਹਿੱਸਾ ਹੋ ਸਕਦਾ ਹੈ, ਸਿੱਖ ਸੰਪਰਦਾ ਨਹੀਂ ਹੈ। ਸਿੱਖ ਇੰਡੀਪੈਂਡੈਂਟ ਧਰਮ ਹੈ, ਰਿਵੀਲਡ ਰਿਲੀਜਨ ਹੈ। ਇਹ ਸਾਡੇ ਜਿਹੜੇ ਕਹਿੰਦੇ ਅਸੀਂ ਹੱਕ 'ਚ ਬੋਲਦੇ ਹਾਂ ਜੀ, ਇਹ ਹੱਕ 'ਚ ਬੋਲ ਰਹੇ ਹਾਂ ਕਿ ਗੁਰੂ ਨੂੰ ਤੇ ਫਿੱਟ ਕਰ ਰਹੇ ਹੋ ਕਿਉਂਕਿ ਤੁਹਾਨੂੰ ਪੈਸੇ ਮਿਲੇ ਨੇ ਇੱਕ ਸੰਪਰਦਾ ਤੋਂ ਹੀ। ਵੀ ਬਸ ਸਾਡੇ ਕਹਿ ਗਏ ਸੀ ਵੀ ਤੁਸੀਂ ਕਹਿ ਦਿਓ, ਪਤਾ ਨਹੀਂ ਵਿਚਾਰੇ ਕਹਿ ਗਏ ਸੀ ਕਿ ਨਹੀਂ ਕਹਿ ਗਏ ਸੀ। ਗੁਰੂ ਹੀ ਰਹਿਣਾ ਤੇ ਚੇਲਾ ਰਹਿਣਾ। ਜਦੋਂ ਚੇਲਾ ਗੁਰੂ ਦੇ ਬਰਾਬਰ ਖੜੇ ਹੋਣ ਦੀ ਕੋਸ਼ਿਸ਼ ਕਰਦਾ ਉਦੋਂ ਹੀ ਮਾਰ ਖਾਂਦਾ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਦੀ ਭਗਤ ਮਾਲ ਤੋਂ ਫਿਰ ਮੈਂ ਇੱਕ ਸਟੋਰੀ ਦੱਸਦਾ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦੇ ਬਾਰੇ ਉਹਦੇ 'ਚ ਮਹਿਮਾ ਪ੍ਰਕਾਸ਼ ਵੀ ਹੈਗੀ ਕਿ ਗੁਰੂ ਅਰਜਨ ਦੇਵ ਜੀ ਕੋਲ ਸਿੱਖ ਆਏ। ਉਹਨੇ ਕਿਹਾ ਮਹਾਰਾਜ, ਇਹ ਸ਼ਰੀਕਾਂ ਦੀ ਜਦੋਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਤੇ ਮਨ 'ਚ ਵਿਕਾਰ ਆਉਂਦੇ ਨੇ, ਗੁਰੂ ਨਾਲ ਸਿਦਕ ਟੁੱਟਦਾ। ਤੇ ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ ਕਿ ਭਾਈ ਗੁਰਦਾਸ, ਅੱਜ ਤਾਂ ਸਿੱਖ ਹੈ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਸੱਚੀ ਤੇ ਕੱਚੀ ਬਾਣੀ ਦੀ ਪ੍ਰੀਖਿਆ ਹੈ, ਅੱਗੋਂ ਇਹ ਹੋਏਗੀ ਨਹੀਂ। ਇਸ ਕਰਕੇ ਸਾਰੀ ਬਾਣੀਆਂ ਇਕੱਠੀਆਂ ਕਰਕੇ ਪੋਥੀ ਜੀ ਦੀ ਰਚਨਾ ਕੀਤੀ ਜਾਏ। ਤਾਂ ਗੁਰੂ ਸਾਹਿਬ ਨੇ ਠੀਕ ਕਿਹਾ ਸੀ ਵੀ ਅੱਜ ਪਤਾ, ਅੱਗੇ ਨਹੀਂ ਪਤਾ ਹੋਣਾ। ਤੇ ਹੁਣ ਉਹ ਸਾਡੇ ਕੋਲ ਆ ਬਾਜ਼ਾਰ ਖੁੱਲ੍ਹਾ, ਜਿਨ੍ਹਾਂ ਨੂੰ ਨਹੀਂ ਪਤਾ ਤਾਂ ਪਤਾ ਕਰਨਾ ਵੀ ਨਹੀਂ ਚਾਹੁੰਦੇ। ਤੇ ਜੇ ਕੋਈ ਸੱਚ ਜਿੱਤੇ ਚੱਲ ਰਿਹਾ ਜਾਂ ਕੋਈ ਬੋਲ ਰਿਹਾ ਜਾਂ ਕੋਈ ਪ੍ਰਮਾਣ ਦੇ ਰਿਹਾ, ਉਹ ਅਸੀਂ ਦੇਖਣਾ ਨਹੀਂ, ਉਹਨੂੰ ਖੰਡਨ ਹੀ ਕਰ ਦਿਓ ਵੀ ਭਾਈ ਮਨੀ ਸਿੰਘ ਨਹੀਂ ਹੋਇਆ, ਇਹ ਬਾਬਾ ਦੀਪ ਸਿੰਘ ਦੀ ਰਚਨਾ ਹੀ ਹੈ ਨਹੀਂ, ਇਹ ਭਾਈ ਸੁੱਖਾ ਸਿੰਘ ਦੀ ਰਚਨਾ ਹੀ ਹੈ ਨਹੀਂ, ਕਿਉਂਕਿ ਇਹ ਇਸ ਤਰ੍ਹਾਂ ਕਰਦੇ, ਇਹ ਸੁਪਨੇ 'ਚ ਕਿਵੇਂ ਦੱਸ ਗਏ। ਤੋ ਇਹ ਜਿਹੀਆਂ ਜਿਹੜੇ ਇਹਨੂੰ ਕੁਤਰਕ ਕਹਿੰਦੇ ਨੇ। ਤਰਕ ਦੇ ਨਾਲ ਕਦੀ ਧਰਮ ਜਿਹੜਾ ਡਿਫਾਈਨ ਨਹੀਂ ਹੁੰਦਾ। ਧਰਮ ਜਿਹੜਾ ਜਿੰਨਾ ਚਿਰ ਵਿਸ਼ਵਾਸ ਤੇ ਸ਼ਰਧਾ ਨਹੀਂ ਹੈ, ਉਹਨਾਂ ਚਿਰ ਨਾ ਤਾਂ ਧਰਮ ਦੀ ਸਟੱਡੀ ਹੋ ਸਕਦੀ ਹੈ, ਨਾ ਧਰਮ ਦੇ ਗ੍ਰੰਥ ਦੀ ਸਟੱਡੀ ਹੋ ਸਕਦੀ ਹੈ, ਨਾ ਇਤਿਹਾਸ ਦੀ ਹੋ ਸਕਦੀ ਹੈ। ਹੁਣ ਇੱਕ ਤਰਕ ਇਹਨਾਂ ਨੇ ਹੋਰ ਦੇ ਦਿੱਤਾ, ਮੈਂ ਜਿਹੜੀ ਗੱਲ ਕਰਨ ਜਾ ਰਿਹਾ ਸੀ ਕਿ ਕੁਰਾਨ ਸ਼ਰੀਫ ਦੇ 55 ਟਾਈਟਲ ਨੇ। ਕਿਸੇ ਨੇ ਕਿਹਾ ਵੀ 55 ਕਿਉਂ ਨੇ, ਇੱਕ ਕਿਉਂ ਨਹੀਂ? ਇਹਦਾ ਜੀ ਟਾਈਟਲ ਵਿਚਿੱਤਰ ਵੀ ਮੈਂ ਟਾਈਟਲ ਨੂੰ ਦੇਖਣਾ, ਕਿਤਾਬ ਦੀ ਮੈਂ ਟਾਈਟਲ ਉਹਦਾ ਕੁਛ ਵੀ ਦੇ ਦਾਂ ਸਪੋਜ਼ ਕਰੋ, ਮੈਂ ਅੰਦਰ ਉਹਦਾ ਗਿਆਨ ਜਿਹੜਾ ਉਹ ਕਿਵੇਂ ਦੇਖਾਂਗਾ? ਉਹ ਨਹੀਂ ਦੇਖਣਾ ਅੰਦਰਲਾ ਗਿਆਨ ਕੀ ਹੈ। ਬਸ ਜੀ ਟਾਈਟਲ ਠੀਕ ਨਹੀਂ ਹੈ, ਇਹ ਟਾਈਟਲ ਤਾਂ ਗੁਰੂ ਨੇ ਨਹੀਂ ਦਿੱਤਾ। ਗੁਰੂ ਸਾਹਿਬ ਨੇ ਤਾਂ ਰਚਨਾਵਾਂ ਦੇ ਟਾਈਟਲ ਦਿੱਤੇ ਹੋਏ ਨੇ, ਅਤੇ ਉਹਦੇ 2 ਟਾਈਟਲ ਨੇ, ਇੱਕ ਮੁੱਖ ਵਾਕ ਬਾਣੀਆਂ, ਦੂਸਰਾ ਪਾਤਸ਼ਾਹੀ 10ਵੀਂ। ਕਾਪੀਰਾਈਟ ਗੁਰੂ ਸਾਹਿਬ ਦਾ ਹੀ ਹੈ। ਜਿਹੜੀ ਟਰਾਂਸਲੇਸ਼ਨ, ਹੁਣ ਜੀ ਟਰਾਂਸਲੇਸ਼ਨ ਮੈਨੂੰ ਹਾਦਸਾ ਆਉਂਦਾ ਕਈ ਵਾਰੀ ਵੀ ਬਾਕੀ ਤਾਂ ਚਲੋ ਵਿਵੇਕਹੀਣ ਬੁੱਧਹੀਣ ਸਾਰੇ ਉਹਨਾਂ ਦੇ ਜਿਹੜੇ ਮਰਜ਼ੀ ਲਾ ਲਓ ਤਗਮੇ ਉਹਨਾਂ ਨੂੰ ਦੇ ਦਿਓ। ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜੀ ਪਿਛਲੇ ਕੁਛ ਦਿਨਾਂ ਪਹਿਲਾਂ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਕਵੀਆਂ ਦੀ ਰਚਨਾਵਾਂ ਵੀ ਨੇ, ਜਿਵੇਂ ਉਹਦੇ 'ਚ ਭੱਟਾਂ ਦੀ ਹੈਗੀ ਆ, ਭਗਤਾਂ ਦੀ ਹੈ, ਇਹ ਦਸਮ ਗ੍ਰੰਥ 'ਚ ਵੀ ਕੁਝ ਕਵੀਆਂ ਦੀ ਰਚਨਾਵਾਂ। ਪਹਿਲਾਂ ਉਹ ਪੁੱਛੇ ਵੀ ਉਹ 'ਚ ਜਿਹੜੀਆਂ ਬਹੁਤ ਤਾਇਤ ਰਚਨਾਵਾਂ ਨੇ, ਜਾਪ ਸਾਹਿਬ ਸ਼ੁਰੂ, ਅਕਾਲ ਤਖ਼ਤ ਲਓ, ਗਿਆਨ ਪ੍ਰਬੋਧ ਲੈ ਲਓ, ਬਚਿੱਤਰ ਨਾਟਕ ਲਾ ਲਓ,
ਠੀਕ ਹੈ, ਸਵਈਏ ਲਾ ਲਓ, ਸ਼ਬਦ ਹਜ਼ਾਰੇ ਲਾ ਲਓ, ਅਤੇ ਜਿਹੜਾ ਆਪਣਾ ਜ਼ਫਰਨਾਮਾ, ਫਤਿਹਨਾਮਾ, ਕਿਹੜੇ ਕਵੀ ਦਾ ਨਾਂ? ਕਵੀ ਦਾ ਤਾਂ ਨਾਂ ਹੀ ਹੈ ਨਹੀਂ। ਜਦ ਕਵੀ ਦਾ ਨਾਂ ਨਹੀਂ ਤਾਂ ਤੁਸੀਂ ਕੀ ਕਹਿ ਤਾ ਵੀ ਕਵੀ ਦੀ ਰਚਨਾਵਾਂ ਹੈ? ਜਾਂ ਦੱਸੋ ਕਿਹੜੇ ਕਵੀ ਦੀ ਰਚਨਾ ਹੈ? ਗੁਰੂ ਗੋਬਿੰਦ ਸਿੰਘ ਦੇ ਕਵੀਆਂ ਦੀ ਰਚਨਾਵਾਂ ਮੈਂ ਤੁਹਾਨੂੰ ਦਿਖਾ ਵੀ ਦਾਂਗਾ। ਟੈਕਨ, ਕਵੀ ਟੈਕਨ ਹੋਇਆ, ਉਹਨੇ ਮਹਾਂਭਾਰਤ ਦਾ ਇੱਕ ਜਿਹੜਾ ਅਸ਼ਵਮੇਧ ਪਰਵ ਹੈ ਉਹਦਾ ਅਨੁਵਾਦ ਕੀਤਾ। ਉਹ ਅਨੁਵਾਦ ਕਿਸ ਤਰ੍ਹਾਂ ਦਾ? ਜਿਵੇਂ ਆਪਣਾ ਗੁਰੂ ਗ੍ਰੰਥ ਸਾਹਿਬ ਲਿਪੀ ਅੰਤਰ ਹੋਇਆ ਨਾ ਪੰਜਾਬੀ 'ਚ, ਉਹ ਹੈ, ਲਿਪੀ ਅੰਤਰ ਕੀਤਾ ਗਿਆ, ਲਿਟਰਲ ਟਰਾਂਸਲੇਸ਼ਨ ਵੀ ਨਹੀਂ ਹੈ। ਫਿਰ ਉਹਦੇ 'ਚ ਜਿਹੜੀ ਇਨਵੋਕੇਸ਼ਨ ਹੈ, ਮੰਗਲਾਚਰਨ ਹੈ, ਉਹ ਗੁਰੂ ਗੋਬਿੰਦ ਸਿੰਘ ਵਾਲੇ ਨਹੀਂ ਹੈ। ਏਕ ਓਂਕਾਰ ਸਤਿਗੁਰ ਪ੍ਰਸਾਦ ਅਕਾਲ ਸਹਾਏ, ਇਹ ਗੁਰੂ ਗੋਬਿੰਦ ਸਿੰਘ ਵਾਲੇ ਨਹੀਂ ਹੈਗੇ ਜਿਹੜੇ ਦਸਮ ਗ੍ਰੰਥ 'ਚ ਯੂਜ਼ ਹੋਏ ਨੇ। ਫਿਰ ਕਵੀਆਂ ਦੀ ਰਚਨਾਵਾਂ ਦੇ ਵਿੱਚ ਉਹ ਗੁਰੂ ਦੀ ਬਖਸ਼ਿਸ਼ਾਂ ਦੀ ਗੱਲ ਕਰ ਰਹੇ ਨੇ, ਅਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਅਕਾਲੀ ਜੋਤ ਦੀ ਗੱਲ ਕਰ ਰਹੇ ਨੇ, ਜਿਸ ਦੇ ਹੁਕਮ ਦੇ ਵਿੱਚ ਅਵਤਾਰੀ ਪੁਰਸ਼ ਆਏ, ਜਿਸ ਦੇ ਹੁਕਮ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ, ਇਹ ਉਸ ਦੀ ਗੱਲ ਕਰਦੇ ਨੇ। ਅਤੇ ਸਾਡੇ ਜੇ ਮਾਨਯੋਗ ਜਥੇਦਾਰ ਸਾਹਿਬ ਵੀ ਇਸ ਬੁੱਧੀ ਦੇ ਮਾਲਕ ਹੋਣ ਅਤੇ ਕੌਮ ਦਾ ਤਾਂ ਭਵਿੱਖ ਕਾਫੀ ਅੱਛਾ। ਕਿਉਂਕਿ ਜੇ ਤੁਸੀਂ 5 ਬੰਦਿਆਂ ਨੂੰ, 6 ਬੰਦਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਸਮ ਗ੍ਰੰਥ ਦੀ ਰਚਨਾ ਦੇ ਉੱਤੇ ਹੀ ਐਕਸਕਮਿਊਨੀਕੇਟ ਕੀਤਾ ਹੋਇਆ, ਇਹਨਾਂ ਨੇ ਵੀ ਕੀਤਾ। ਇਹਦਾ ਮਤਲਬ ਕਿ ਇਹਨਾਂ ਨੇ ਸਾਰਾ ਕੁਝ ਗਲਤ ਕੀਤਾ ਸੀ, ਜਾਂ ਤਾਂ ਇਹ ਕਹਿਣ, ਕਿਉਂਕਿ ਇਹ ਬਿਆਨ ਬਦਲਦੇ ਨੇ, ਜੋ ਇਹਨਾਂ ਨੂੰ ਬਿਆਨ ਕਹੇ ਜਾਂਦੇ ਨੇ ਉਹ ਦਿੰਦੇ ਨੇ। ਸੱਚ ਇਹਨਾਂ ਦੇ ਨੇੜੇ ਨਹੀਂ ਹੈ। ਜੋ ਸੱਚ, ਤੁਸੀਂ ਗੁਰੂ ਵਰਗੇ ਨਹੀਂ ਹੋ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਭੱਟ ਬਾਣੀ, ਭਗਤ ਬਾਣੀ ਅਤੇ ਗੁਰੂ ਸਾਹਿਬਾਂ ਦਾ ਸਾਰਾ ਪੀਰੀਅਡ ਲਾਓ, 600 ਸਾਲ ਦਾ ਬਣਦਾ। ਅਤੇ ਜੇ 600 ਸਾਲ ਦੇ ਜਿਹੜੇ ਅਵਤਾਰੀ ਪੁਰਸ਼ ਭਗਤ ਹੋਏ ਨੇ, ਗੁਰੂ ਹੋਏ ਨੇ, ਉਹਨਾਂ ਦੀ ਧੁਰ ਤੋਂ ਆਈ ਬਾਣੀ ਤੁਹਾਨੂੰ ਥੋੜ੍ਹੀ ਜਿਹੀ ਜ਼ਿੰਦਗੀ 'ਚ ਪਤਾ ਲੱਗ ਗਈ, ਫਿਰ ਤਾਂ ਤੁਸੀਂ ਗੁਰੂ ਸਾਹਿਬ ਦੇ ਛੋਟੇ ਭਰਾ ਹੋ ਗਏ ਜਾਂ ਬਰਾਬਰ ਬਹਿ ਗਏ। ਵੇਦਾਂਤੀ ਸਾਹਿਬ ਨੂੰ ਇੰਨੇ ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਖੋਜ ਕੀਤੀਆਂ, ਅੱਜ ਤੱਕ ਕਿਹੜੀ ਖੋਜ ਕਰ ਲਈ ਜੀ? ਉੱਥੋਂ ਸਿੱਖ ਰਹਿਬਰ ਲਾਇਬ੍ਰੇਰੀ 'ਚੋਂ ਬੀੜਾਂ ਜ਼ਰੂਰ ਗਾਇਬ ਹੋ ਗਈਆਂ। ਸ਼੍ਰੋਮਣੀ ਕਮੇਟੀ ਨੇ 56 ਲੱਖ ਰੁਪਇਆ ਸੈਲਰੀ ਦਿੱਤੀ ਹੈ ਗੁਰੂ ਨਾਨਕ ਯੂਨੀਵਰਸਿਟੀ 'ਚ ਇਹਨਾਂ ਨੂੰ ਕੁਰਸੀ ਲਗਾ ਕੇ ਬਿਠਾਉਣ ਦੀ। ਹਾਲੇ ਤੱਕ ਤਾਂ ਕੋਈ ਉਹਦੀ ਜਿੰਨਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਟੀਕਾ ਦਾ ਕੋਈ ਪੋਥੀ ਪਹੁੰਚੀ ਨਹੀਂ। 2008 ਦੇ ਵਿੱਚ ਮੈਂ ਉੱਥੇ ਹੀ ਸੀ, ਅਤੇ ਜਦੋਂ ਇਹ ਆਇਆ ਇਹਨਾਂ ਨੇ ਉਦੋਂ ਵਿਘਨ ਪਾਇਆ ਵੀ ਅੰਗਰੇਜ਼ੀ 'ਚ ਨਹੀਂ ਪਹਿਲਾਂ ਇਹਦਾ ਤਰਜਮਾ ਹੋਏਗਾ, ਪਹਿਲਾਂ ਸ਼ੁੱਧ ਪੰਜਾਬੀ 'ਚ ਹੋਏਗਾ। ਅਤੇ ਮੈਂ ਪੁੱਛਿਆ ਸੀ ਵੀ ਸ਼ੁੱਧ ਪੰਜਾਬੀ 'ਚ ਕਿਵੇਂ ਤੁਸੀਂ ਕਰ ਲਓਗੇ? ਜਿਸ ਅਵਸਥਾ 'ਚ ਗੁਰੂ ਨੇ ਬਾਣੀ ਰਚੀ ਉਹ ਅਵਸਥਾ ਹੈ ਤੁਹਾਡੇ ਕੋਲ? 2008 ਤੋਂ ਲੈ ਕੇ 12 ਸਾਲ ਹੋ ਗਏ ਨੇ, ਉਹਨਾਂ ਦਾ ਹਾਲੇ ਸ਼ੁੱਧ ਟੀਕਾ ਨਹੀਂ ਹੋਇਆ ਕੋਈ। ਬਸ ਇੱਧਰੋਂ ਬਿਆਨ ਦੇ ਦੇ, ਉੱਧਰੋਂ ਬਿਆਨ ਦੇ ਦੇ। ਕਦੀ ਜੇ ਉੱਥੋਂ ਪਾਲਕੀ ਆ ਰਹੀ ਹੈ ਦਿੱਲੀਓਂ ਅਤੇ ਨਨਕਾਣਾ ਸਾਹਿਬ ਜਾ ਰਹੀ ਹੈ, ਪਾਲਕੀ ਦਾ ਬਾਈਕਾਟ ਕਰ ਦਿਓ ਜੀ। ਇਹ ਜਥੇਦਾਰ ਸਨ, ਅਤੇ ਪਾਲਕੀ 'ਚ ਗੁਰੂ ਗ੍ਰੰਥ ਸਾਹਿਬ ਵੀ ਹੈਗਾ। ਜਦੋਂ ਤੱਕ ਅਸੀਂ ਸਿੱਖ ਹੋ ਕੇ, ਜਿਸ ਦਿਨ ਤੁਸੀਂ ਸਿੱਖਣਾ ਛੱਡ ਦਿੰਦੇ ਹੋ, ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਂ ਐਕਸਪਰਟ ਹਾਂ, ਉਸ ਦਿਨ ਸਿੱਖ ਖਤਮ ਹੋ ਜਾਂਦਾ। ਫਿਰ ਗੁਰੂ ਨੇ ਆਪਣੇ ਆਪ ਨੂੰ ਵੀ ਪਰਫੈਕਟ ਨਹੀਂ ਕੀਤਾ, ਅਤੇ ਅਸੀਂ ਤਾਂ ਗੁਰੂ ਤੋਂ ਉੱਤੇ ਬੈਠੇ ਨੇ। ਗੁਰੂ ਸਾਹਿਬ ਨੇ ਹੁਣ, ਮੈਂ ਇੱਕ ਕਵੀਆਂ 'ਚ ਆ ਜਾਓ, ਕਵੀ ਜਿਹੜੇ ਨੇ ਇਹਦੇ 'ਚ 3 ਯੂਜ਼ ਹੋਏ ਨੇ। ਗੋਬਿੰਦ ਦਾਸ ਇੱਕੋ ਵਾਰੀ ਹੋਇਆ, ਸਗਲ ਦੁਆਰ ਕੋ ਛਾੜ ਕੇ, ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ, ਗੋਬਿੰਦ ਦਾਸ ਤੁਹਾਰ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਫ਼ਜ਼ ਵੱਵਾ ਵੀ ਹੈ, ਗੋਬਿੰਦ ਵੀ ਹੈ ਅਤੇ ਗੋਬਿੰਦ ਵੀ ਹੈ। ਇਹ ਜਿਹੜਾ ਇਹਦਾ ਸਮ ਅਰਥ ਨੇ,
ਜਿਹਨੂੰ ਸਿਨੋਨੀਮਸ ਕਹਿੰਦੇ ਆ, ਉਹ 'ਚ ਰਾਮ ਵੀ ਹੈ ਅਤੇ ਸ਼ਿਆਮ ਵੀ ਹੈ। ਭਾਈ ਗੁਰਦਾਸ ਪੜ੍ਹਾਂਗੇ, ਗੁਰੂ ਗ੍ਰੰਥ ਸਾਹਿਬ ਪੜ੍ਹਾਂਗੇ, ਆਪਣੇ ਆਪ ਅਕਲ ਆ ਜਾਏਗੀ। ਇਹ ਕਿਹੋ ਜਿਹੇ ਸਿੱਖ ਨੇ ਕਿ ਵਿਸ਼ਨੂੰ ਦੇ 1000 ਨਾਮ ਮੰਨਦੇ ਨੇ, ਸ਼ਿਵ ਦੇ 1008 ਮੰਨਦੇ ਨੇ, ਦੁਰਗਾ ਦੇ 108 ਮੰਨਦੇ ਨੇ, ਅਤੇ ਗੁਰੂ ਦੇ 3 ਪੈਨ ਨਾਮ ਜਿਹੜੇ ਨੇ ਨਾ, ਕਾਵ ਨਾਮ, ਉਹ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੇ। ਫਿਰ ਕਵੀ ਜਿਹੜੇ ਹੁੰਦੇ ਨੇ, ਕਵੀ ਕੀ ਹੁੰਦਾ? ਕਵੀ ਨੇ ਕਵੀ ਇੱਕ ਆਪਣੀ ਮੌਲਿਕ ਰਚਨਾ ਪੂਰੀ ਲਿਖੇਗਾ। ਤ੍ਰਿਆ ਚਿਤਰ ਪਖਿਆਨ 'ਚ ਦੇਖ ਲਓ, ਇੱਕ ਜਿਹੜਾ ਛੰਦ ਹੈ ਉਹ ਰਾਮ ਦਾ, ਦੂਸਰਾ ਸ਼ਾਮ ਦਾ, ਫਿਰ ਅੱਗੇ ਜਾ ਕੇ ਕਾਲ ਦਾ ਅਤੇ ਸ਼ਾਮ ਦਾ। ਇਹ ਕਿਵੇਂ ਕਵੀ ਇੱਕ ਛੰਦ ਇੱਕ ਕਵੀ ਲਿਖੇਗਾ? ਹੁਣ ਪਹਿਚਾਣ ਦੀ ਜਿਹੜੀ ਸਭ ਤੋਂ ਵੱਡੀ ਗੱਲ, ਜਿਹੜੀ ਮੇਨ ਸੋਰਸ ਹੈ, ਮੈਂ ਸਰੋਤ ਵੀ ਦੱਸਦੇ, ਇਤਿਹਾਸਕ ਗ੍ਰੰਥ ਵੀ ਦੱਸਦੇ। ਹੁਣ ਆ ਜਾਂਦਾ, ਜੇ ਕਿਸੇ ਰਚਨਾ ਦਾ ਆਪਾਂ ਵਿਸ਼ਲੇਸ਼ਣ ਕਰਨਾ ਹੈ, ਅਸੀਂ ਉਸ ਦੇਖਦੇ ਹਾਂ ਕਿ ਉਸ ਦੀ ਕੰਟੀਨਿਊਟੀ, ਫਿਰ ਉਸ ਦੀ ਭਾਸ਼ਾ, ਫਿਰ ਉਸ ਦੇ ਮੀਟਰ ਲੱਗੇ ਜਿਹੜੇ ਨੇ, ਫਿਰ ਉਹਦਾ ਸਟਾਈਲ। ਹੁਣ ਸਾਰਾ ਦਸਮ ਗ੍ਰੰਥ ਸੰਸਕ੍ਰਿਤ, ਬ੍ਰਜ, ਅਵਧੀ, ਰਾਜਸਥਾਨੀ, ਪ੍ਰਾਕਿਰਤ, ਫਾਰਸੀ, ਇਹ ਭਾਸ਼ਾਵਾਂ 'ਚ ਲਿਖਿਆ ਗਿਆ। 151 ਛੰਦ ਲੱਗੇ ਨੇ। ਦੁਨੀਆ ਦਾ ਕੋਈ ਵੀ ਸਾਹਿਤ, ਕੋਈ ਵੀ ਕਵੀ, ਕਿਸੇ ਨੇ 151 ਛੰਦ ਲਾ ਕੇ ਕੋਈ ਗ੍ਰੰਥ ਤਿਆਰ ਕੀਤਾ ਹੋਵੇ ਤੇ ਦੱਸ ਦੇਣਾ ਇਹ ਪਹਿਲਾ ਗ੍ਰੰਥ ਹੈ। ਜਿੰਨੇ ਵੀ ਪੁਰਾਤਨ ਜਿਹੜੇ ਕਵੀ ਨੇ ਤੁਸੀਂ ਦੇਖ ਲਓਗੇ, ਉਹਨਾਂ ਦਾ ਚੌਪਈ, ਦੋਹਰਾ, ਸਲੋਕ, ਇਹ 3-4 ਛੰਦ ਨੇ ਜਿਨ੍ਹਾਂ ਦੇ ਵਿੱਚ ਹੀ ਲਿਖੇ ਜਾਂਦੇ ਨੇ ਸੀ ਕਾਵ ਰਚਨਾਵਾਂ। ਅਤੇ 151 ਛੰਦ ਲਿਖਣ ਵਾਲੇ ਦੀ ਜਿਹੜੀ ਹੈ ਵਿਸ਼ਾਲਤਾ, ਉਹ ਤਾਂ ਆਪਣੇ ਕੋਲ ਤਾਂ ਹੈ ਨਹੀਂ। ਫਿਰ ਅਲੰਕਾਰ, ਸਾਰੇ ਅਲੰਕਾਰ ਵੀ ਵਰਤ ਲਏ ਉਹ। ਫਿਰ ਭਾਸ਼ਾ ਦਾ ਆਪਾਂ ਨੂੰ ਪਤਾ ਨਹੀਂ। ਮੈਂ ਕੱਲ੍ਹ ਹੀ ਦੇਖ ਰਿਹਾ ਸੀ, ਇੱਕ ਨਵਾਂ ਟੀਕਾ ਆਇਆ ਜੀ ਗੁਰੂ ਗ੍ਰੰਥ ਸਾਹਿਬ ਦਾ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਹੁਣ ਬ੍ਰਜ 'ਚ ਸਮਝ ਨਹੀਂ ਆ ਰਹੀ, ਅਤੇ ਲਿਖਦੇ ਨੇ ਕਰਤਾਰਪੁਰੀ ਬੀੜ 'ਚੋਂ ਸਿਧਾਈ ਕੀਤੀ। ਵੀ ਕਰਤਾਰਪੁਰੀ ਬੀੜ 'ਚ ਕਿੱਥੇ ਆ ਗਈ ਸਿਧਾਈ? ਕਰਤਾਰਪੁਰੀ ਬੀੜ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਕਦੋਂ ਦਰਜ ਹੋਊਗੀ? ਉਹ ਕਦੇ ਹਾਲੇ ਖੁੱਲ੍ਹ ਕੇ ਬਾਅਦ ਗੱਲ ਕਰਾਂਗੇ, ਉਹ 'ਤੇ ਖੋਜ ਚੱਲ ਰਹੀ ਹੈ। ਬਈ ਅਸੀਂ ਸਿਰਫ ਪੈਸੇ ਕਮਾਉਣ ਦੇ ਲਈ, ਲੋਕਾਂ ਤੋਂ ਪੈਸਾ ਇਕੱਠਾ ਕਰਨ ਦੇ ਲਈ ਆ ਗੁਰਬਾਣੀ ਦੇ ਟੀਕੇ ਕਰ ਅਤੇ ਫਟਾਫਟ ਫਿਰ ਥੋਕ ਦੇ ਭਾਅ 'ਚ ਮਾਰਕੀਟ ਦੇ ਦਿਓ। ਇੱਕ ਹੋਰ ਟੀਕਾ ਆਇਆ, ਉਹ ਮੈਂ ਪ੍ਰੈਸ ਬੈਠੇ ਪੜ੍ਹ ਰਿਹਾ, ਜਨਾਬ ਲਿਖ ਰਹੇ ਨੇ, ਜਿਹਦਾ ਨਹੀਂ ਪਤਾ ਨਾ, ਸੰਗਤ ਜਾਣੀ ਜਾਣ ਹੈ, ਆਪੇ ਸਮਝ ਜਾਏਗੀ। ਅਤੇ ਫਿਰ ਭਾਈ ਟੀਕਾ ਕਾਹਨੂੰ ਕਰ ਰਹੇ ਹਾਂ? ਸੰਗਤ ਸਮਝ ਲਏਗੀ। ਇਹੀ ਮੈਂ ਇਹਦਾ ਐਗਜ਼ਾਮਪਲ ਇੰਨੀ ਕੋਈ ਬੰਦੇ ਨੇ, ਜਿਹੜੇ ਬੰਦੇ ਸੀ ਨਾ ਕਹਿੰਦੇ ਵੀ ਅਸੀਂ ਬੜੇ ਮਾਹਿਰ ਹਾਂ, ਮਾਹਿਰ ਤਾਂ ਕੋਈ ਹੋ ਨਹੀਂ ਸਕਦਾ ਇੰਨੀਆਂ ਭਾਸ਼ਾਵਾਂ ਦਾ, ਉਹ ਕਦੀ ਕਿਸੇ ਨੇ ਨਹੀਂ ਕਿਹਾ ਵੀ ਇਹ ਇੱਕ ਬੰਦੇ ਦੀ ਰਚਨਾ ਨਹੀਂ ਹੈ। ਇਹਦੇ 'ਚ ਦੱਸੋ ਵੀ ਕੰਟੀਨਿਊਟੀ, ਲੈਂਗੁਏਜ, ਸਟਾਈਲ ਅਤੇ ਛੰਦਾਂ ਦੀ ਜਿਹੜੀ ਛੰਦ ਪ੍ਰਬੰਧ 'ਚ ਜੇ ਅਗਰ ਤੁਹਾਨੂੰ ਕੋਈ ਫਰਕ ਨਜ਼ਰ ਆਉਂਦਾ ਤਾਂ ਫਿਰ ਦੱਸੋ, ਫਿਰ ਪਤਾ ਲੱਗਦਾ। ਜਿਵੇਂ ਭਾਈ ਮਨੀ ਸਿੰਘ ਜੀ ਨੇ, ਭਾਈ ਮਨੀ ਸਿੰਘ ਦੇ ਵਿੱਚ ਜਨਮ ਸਾਖੀ ਦੇ ਵਿੱਚ ਜਿਹੜੀਆਂ ਇੰਟਰਪੋਲੇਸ਼ਨਸ ਕੀਤੀਆਂ ਗਈਆਂ ਨਾ, ਉੱਥੇ ਲੈਂਗੁਏਜ ਤੋਂ ਪਤਾ ਲੱਗਦੀ ਹੈ, ਅਤੇ ਪਲੱਸ ਉਹਨਾਂ ਦੇ ਵਿੱਚ ਜਿਹੜੀਆਂ ਸਾਖੀਆਂ ਪਾਈਆਂ ਗਈਆਂ, ਕਿਉਂਕਿ ਭਾਈ ਮਨੀ ਸਿੰਘ ਪੁਰਾਣਿਕ ਸਾਹਿਤ ਦੀਆਂ ਸਾਖੀਆਂ ਦੇ ਵਿਰੁੱਧ ਨੇ। ਸਿੱਖਾਂ ਦੀ ਭਗਤਮਾਲ ਬੜੇ ਕਲੀਅਰ ਦਿੰਦੇ ਨੇ, ਪਰ ਉਹ 'ਚ ਪਾਈਆਂ ਗਈਆਂ। ਇਹ ਤਾਂ ਸਾਡਾ ਫਰਜ਼ ਹੈ ਨਾ ਦੇਖਣਾ ਵੀ ਕਿਹੜੀ ਚੀਜ਼ ਮਿਲਾਵਟ ਹੈ। ਦਸਮ ਗ੍ਰੰਥ ਸਾਹਿਬ ਦੇ ਵਿੱਚ ਅਗਰ ਕੋਈ ਮਿਲਾਵਟ ਹੈ ਤਾਂ ਖੋੜ ਉਹ ਦੱਸੋ ਕਿਵੇਂ ਹੈ। 7 ਬੰਦੇ ਜਿਹੜੇ ਨੇ ਐਕਸਕਮਿਊਨੀਕੇਟ ਹੋ ਗਏ ਅਕਾਲ ਤਖਤ ਸਾਹਿਬ ਤੋਂ, ਹੋਰ ਕਿਹੜਾ ਤੁਹਾਨੂੰ ਮਤਲਬ ਕਿ ਸਰਟੀਫਿਕੇਟ ਚਾਹੀਦਾ? ਇਹ 'ਤੇ ਕਾਹਦੀ ਵਿਚਾਰ ਕਰਨੀ ਹੈ? ਕੋਈ ਵਿਚਾਰ ਦੀ ਲੋੜ ਨਹੀਂ। ਵਹਿਮ ਦਾ ਇਲਾਜ ਤਾਂ ਕਿਸੇ ਵੱਡੇ ਤੋਂ ਵੱਡੇ ਹਕੀਮ ਕੋਲ ਨਹੀਂ, ਅਤੇ ਵਹਿਮ ਤੁਸੀਂ ਆਪਣੇ ਪਾਲੀ ਜਾਓ, ਸਾਨੂੰ ਕੀ ਪ੍ਰੋਬਲਮ ਹੈ? ਕਿਉਂਕਿ ਕਦੀ ਤ੍ਰਿਆ ਚਿਤਰ ਪਖਿਆਨ ਦਾ ਲਿਆ ਜ਼ਿਕਰ ਕਿ ਜੀ ਇਹ ਗੰਧ ਦਾ ਟੋਕਰਾ ਹੈ, ਪੜ੍ਹਿਆ ਨਹੀਂ? ਮੰਤਰੀ ਭੂਪਤ ਸੰਵਾਦ ਕਿਉਂ ਹੋਇਆ? ਮੰਤਰੀ ਭੂਪਤ ਸੰਵਾਦ 3rd ਪਰਸਨ ਕਾਊਂਟ ਹੈ, ਉੱਤਮ ਪੁਰਖ 'ਚ ਹੈ, ਆਨਿਆ ਪੁਰਖ 'ਚ, ਸੌਰੀ। ਉਹ ਦੱਸ ਕੇ 404 ਚਰਿੱਤਰ ਬਿਆਨ ਕਰ ਰਿਹਾ ਮੰਤਰੀ ਨੂੰ, ਆਪਣੇ ਰਾਜੇ ਨੂੰ, ਬਈ ਆਹ ਜਿਹੜੀਆਂ ਇਸਤਰੀਆਂ ਨੇ ਨਾ,
ਤੂੰ ਇਹਨਾਂ ਦੇ ਕਹੇ ਤੇ ਨਾ ਲੱਗ, ਤੇਰਾ ਮੁੰਡਾ ਮਰਵਾ ਦੇਣਗੀਆਂ, ਤੇਰੀ ਇਸਤਰੀ। ਤੇ 405ਵਾਂ ਪੰਜ ਚਰਿੱਤਰ ਹੈ ਜਿਹੜਾ, ਉਹ ਕਿੱਥੋਂ ਸ਼ੁਰੂ ਹੁੰਦਾ ਹੈ? ਸਬੁੱਧਵਾਚ। ਇਹ ਜਿਸ ਪਰਪਸ ਲਈ ਲਿਖੀ ਗਈ ਸੀ, ਉਹ ਹੁਣ ਅਕਲ ਆ ਗਈ ਮੰਤਰੀ ਨੂੰ, ਮੰਤਰੀ ਦੇ ਥਰੂ ਭੂਪਤ ਨੂੰ। ਸਬੁੱਧਵਾਚ ਦੇ ਵਿੱਚ ਇਹ ਆਖਰੀ ਚਿੱਤਰ ਰਚਿਆ ਗਿਆ, 405 ਨੰਬਰ ਚਿੱਤਰ, ਜਿਹੜਾ ਕਿ ਚੌਪਈ ਸਾਹਿਬ ਤੇ ਖਤਮ ਹੁੰਦਾ। ਔਰ ਫਿਰ ਗੁਰੂ ਗ੍ਰੰਥ ਸਾਹਿਬ ਦਾ ਐਡੀਟਿੰਗ ਪੈਟਰਨ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਅਖੀਰਲਾ ਜਿਹੜਾ ਚਰਿੱਤਰ ਹੈ, ਉਹਦੇ ਜਿਹੜੇ ਛੰਦ ਵੀ ਹੈ ਨਾ, ਉਹ ਵੀ 405 ਰੱਖੇ ਨੇ। ਇੰਟਰਪੋਲੇਸ਼ਨ ਦਾ, ਮਿਲਾਵਟ ਦਾ ਕੋਈ ਚਾਂਸ ਹੀ ਨਹੀਂ ਛੱਡਿਆ। ਠੀਕ, ਹੁਣ ਆਪਾਂ ਇਹ ਕਿਵੇਂ ਕਹਿ ਦਈਏ ਜੀ ਵੀ ਆਹ ਜਿਹੜੇ 25 ਛੰਦ ਨੇ ਚੌਪਈ ਸਾਹਿਬ ਦੇ, ਇਹ ਤਾਂ ਗੁਰੂ ਸਾਹਿਬ ਦੇ ਨੇ, ਅਤੇ ਉਤਲੇ ਜਿਹੜੇ ਨੇ ਉਹ ਕਿਸੇ ਹੋਰ ਕਵੀ ਦੇ ਨੇ। ਜਾਂ ਤਾਂ ਮੈਨੂੰ ਸਟਾਈਲ, ਬੋਲੀ, ਛੰਦਬੰਦੀ 'ਚ ਕੋਈ ਦੱਸ ਦਿਓ। ਕੋਈ ਚੌਪਈ ਮੀਟਰ ਮੈਕਸਿਮਮ ਜਿਹੜਾ 5555 ਵਾਰੀ ਇਹ ਤ੍ਰਿਆ ਚਿੱਤਰ ਪਾਖਿਆਨ 'ਚ ਯੂਜ਼ ਹੋਇਆ। ਅਤੇ ਫਿਰ ਜਿਹੜਾ ਉਹਦਾ ਅਖੀਰਲਾ ਐਪੀਲੌਗ ਹੈ ਤ੍ਰਿਆ ਚਿੱਤਰ ਪਾਖਿਆਨ ਦਾ, ਉਹ ਗੁਰੂ ਗੋਬਿੰਦ ਸਿੰਘ ਦੇ ਹੱਥ ਦਾ ਲਿਖਿਆ, ਉਹ ਮੈਂ ਅਪਲੋਡ ਕੀਤਾ ਸੀ। ਉਹ ਦਮਦਮੀ ਬੀਟ 'ਚੋਂ ਮਿਲਦਾ। 1675 ਤੋਂ ਲੈ ਕੇ 1698 ਤੱਕ ਗੁਰੂ ਗੋਬਿੰਦ ਸਿੰਘ ਸਾਰੀਆਂ ਰਚਨਾਵਾਂ ਰਚ ਚੁੱਕੇ ਸੀ। ਔਰ ਜਦੋਂ ਗੁਰੂ ਸਾਹਿਬ ਕਹਿ ਰਹੇ ਨੇ ਗੋਬਿੰਦ ਦਾਸ ਤੁਹਾਰ, ਹੁਣ ਇਹਦਾ ਪ੍ਰਮਾਣ ਦੇਖੋ ਕਿ ਗੁਰੂ ਗੋਬਿੰਦ ਸਿੰਘ ਦਾ ਨਾਮ, ਗੁਰੂ ਤੇਗ ਬਹਾਦਰ ਦਾ ਹੁਕਮਨਾਮੇ 3 ਨੇ, ਢਾਕੇ ਤੋਂ ਪਟਨਾ ਦੀ ਸੰਗਤ ਨੂੰ ਗੋਬਿੰਦ ਦਾਸ ਕੀ ਬਧਾਈ। ਇਹ 3 ਹੁਕਮਨਾਮੇ ਗੁਰੂ ਤੇਗ ਬਹਾਦਰ ਦੇ, ਜੋ ਇਸ ਚੀਜ਼ ਦਾ ਪ੍ਰਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਬਚਪਨ ਦਾ ਨਾਮ ਗੋਬਿੰਦ ਦਾਸ ਹੀ ਸੀ। ਗੋਬਿੰਦ ਰਾਏ ਵੀ ਕਿਹਾ ਜਾਂਦਾ ਸੀ, ਕਿੰਗ ਗੋਬਿੰਦ। ਅਤੇ 1699 ਤੋਂ ਉਹਨਾਂ ਦਾ ਨਾਮ ਅੰਮ੍ਰਿਤ, ਜਦੋਂ ਅੰਮ੍ਰਿਤ ਛਕਿਆ ਸੀ ਚਰਨਪਾਲ ਦਾ, ਪਰ ਜਿਹੜੀ ਆਪੇ ਗੁਰਚੇਲਾ ਦੀ ਰੀਤ ਸੀ ਉਸ ਨੂੰ ਪੂਰਨ ਕਰਦਿਆਂ ਉਹਨਾਂ ਨੇ 5 ਪਿਆਰਿਆਂ ਤੋਂ ਅੰਮ੍ਰਿਤ ਲੈ ਕੇ ਗੋਬਿੰਦ ਸਿੰਘ ਬਣੇ। ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ 'ਚ ਆ ਜਾਓ। ਐਡਿਟ ਪੈਟਰਨ ਵੀ ਜਿਹੜਾ ਸੰਪਾਦਨਾ ਦਾ ਪੈਟਰਨ ਵੀ ਸੇਮ ਹੈ, ਔਰ ਭਾਸ਼ਾ ਗੁਰੂ ਗ੍ਰੰਥ ਸਾਹਿਬ 'ਚ ਕੀ ਹੈ ਜੀ? ਵਿਸ਼ਨੂੰ, ਵੇਦ ਨਹੀਂ ਵੇਦ ਹੈ। ਦਸਮ ਗ੍ਰੰਥ 'ਚ ਕੀ ਹੈ? ਵਿਸ਼ਨੂੰ ਹੀ ਹੈ, ਵੇਦ ਹੈ। ਵੱਡੇ ਵੱਡੇ ਨਹੀਂ, ਵੱਡੇ ਵੱਡੇ ਹੈ। ਦੇ ਸ਼ਿਵਾ ਵਰ ਨਹੀਂ ਬਰ ਹੈ, ਬੱਬੇ ਨਾਲ। ਇਹ ਜਿਹੇ 70-80 ਅੱਖਰ ਨੇ ਗੁਰੂ ਗ੍ਰੰਥ ਸਾਹਿਬ 'ਚ। ਜਿੰਨਾ ਚਿਰ ਭਾਸ਼ਾ ਨੂੰ ਆਪਾਂ ਖੁਦ ਧਿਆਨ ਨਾ ਕਰੀਏ, ਸਾਰੀਆਂ ਭਾਸ਼ਾਵਾਂ ਬਹੁਤ ਮੁਸ਼ਕਿਲ ਹੈ ਗਿਆਤਾ ਹੋਣਾ, ਪਰ ਜਿੰਨਿਆਂ ਵੀ ਕਰ ਲਓ ਉਹਨਾਂ ਦੀ ਫਿਰ ਉਹਦੀ ਜਿਹੜੀ ਭਾਸ਼ਾ ਦੀ ਧੁਨੀ ਹੈ, ਉਹਦੇ ਹਿਸਾਬ ਨਾਲ ਅਸੀਂ ਆਪਣੀ ਪ੍ਰੋਨਾਊਂਸੀਏਸ਼ਨ ਕਰਨ ਲੱਗ ਜਾਂਦੇ ਹਾਂ। ਵੀ ਗੁਰੂ ਨੂੰ ਤਾਂ ਪਤਾ ਨਹੀਂ ਸੀ, ਅਸੀਂ ਇਹਦੀ ਹੁਣ ਵਿਚਾਰਨ ਸੇਧ ਦੱਸਾਂਗੇ ਤੁਹਾਨੂੰ, ਵੀ ਇੱਥੇ ਟਿੱਪੀ ਲਾ ਦਿਓ, ਇੱਥੇ ਬਿੰਦੀ ਲਾ ਦਿਓ, ਸੱਸੇ ਨੂੰ ਸ਼ਸ਼ਾ ਕਰ ਦਿਓ, ਜਦ ਕਿ ਬ੍ਰਜ ਦੇ ਵਿੱਚ ਸ਼ਸ਼ਾ ਲਫ਼ਜ਼ ਹੈ ਨਹੀਂ। ਜਿੰਨਾ ਚਿਰ ਅਸੀਂ ਇਸ ਨੂੰ ਸੰਜੀਦਗੀ ਨਾਲ, ਆਲਰੇਡੀ ਜਿਹੜੇ ਬੰਦੇ ਨੇ ਨਾ ਜਿਨ੍ਹਾਂ ਨੇ ਇਹਦੇ 'ਤੇ ਕੰਮ ਕੀਤਾ, ਉਹਨਾਂ ਨੂੰ ਨਹੀਂ ਪੜ੍ਹਦੇ, ਉਹਨਾਂ ਚਿਰ ਇਹ ਕੰਮ ਨਹੀਂ ਹੁੰਦਾ। ਅੰਗਰੇਜ਼ਾਂ ਨੇ ਇਹ, ਕਿਉਂਕਿ ਦੇਖੋ ਜਿਵੇਂ ਭੁਲੇਖਾ ਨਾ, ਮਹਿਮਦ ਸ਼ਾਹ ਅਬਦਾਲੀ ਨੂੰ ਭੁਲੇਖਾ ਪਿਆ ਵੀ ਇਹ ਸਰੋਵਰ 'ਚੋਂ ਇਸ਼ਨਾਨ ਕਰਦੇ ਇਹਨਾਂ ਨੂੰ ਤਾਕਤ ਆ ਜਾਂਦੀ ਹੈ। ਉਹਨੇ ਦਰਬਾਰ ਸਾਹਿਬ ਢਾਹ ਦਿੱਤਾ। ਇੰਦਰਾ ਗਾਂਧੀ ਨੂੰ ਕਿਹਾ ਵੀ ਭਾਈ ਅਕਾਲ ਤਖਤ ਤੋਂ ਹੀ ਮੋਰਚੇ ਲਾਉਂਦੇ ਨੇ, ਉਹਨੇ ਅਕਾਲ ਤਖਤ ਢਵਾ ਦਿੱਤਾ। ਅੰਗਰੇਜ਼ਾਂ ਨੇ ਪੁੱਛਿਆ ਵੀ ਇਹਨਾਂ ਦੀ ਜਿਹੜੀ ਤਾਕਤ ਹੈ ਉਹਦਾ ਸੋਰਸ ਕੀ ਹੈ, ਤਾਂ ਕਿਸੇ ਨੇ ਕਿਹਾ ਜੀ ਉਹ ਦਸਮ ਗ੍ਰੰਥ। ਅਤੇ 1860 ਦੇ ਵਿੱਚ ਮਿਸਟਰ ਲੇਡਨ ਹੈ, ਉਹਨਾਂ ਨੇ ਬਚਿੱਤਰ ਨਾਟਕ ਦਾ ਟਰਾਂਸਲੇਸ਼ਨ ਕੀਤਾ। ਇਸੇ ਤਰ੍ਹਾਂ ਇੱਕ ਇਹਨਾਂ ਦਾ ਖਾਸ ਬੰਦਾ ਹੁੰਦਾ ਸੀ, ਸਰਦਾਰ, ਜਾਂ ਜਿਹਨੂੰ ਸਰ ਦਾ ਖਿਤਾਬ ਦੇ, ਸਰ ਅਤਰ ਸਿੰਘ ਭਦੌੜ ਦੇ ਰਾਜੇ ਸਨ। ਅਤੇ ਆਹ ਜਿਹੜਾ ਇੱਥੇ ਲੁਧਿਆਣੇ ਦਾ ਭਦੌੜ ਹਾਊਸ ਹੈ, ਇਹ ਇਹਨਾਂ ਦਾ ਟਿਕਾਣਾ ਸੀ ਕਿਸੇ ਤੇ। ਇਹੀ ਅੰਗਰੇਜ਼ਾਂ ਨੂੰ ਐਡਵਾਈਜ਼ ਕਰਦੇ ਸੀ ਹਰੇਕ ਚੀਜ਼ 'ਤੇ, ਚਾਹੇ ਕੂਕਾ ਲਹਿਰ 'ਤੇ, ਰਹਿਤਨਾਮਿਆਂ 'ਤੇ। ਨਕਲੀ ਰਹਿਤਨਾਮਾ ਇੱਕ ਟਰਾਂਸਲੇਟ ਕਰਕੇ ਵੀ ਦਿੱਤਾ, 100 ਸਾਖੀ। ਇਹਨਾਂ ਨੇ ਕਿਹਾ ਜੀ ਦਸਮ ਗ੍ਰੰਥ ਦਾ ਪੂਰਾ ਜਿਹੜਾ ਨਾ ਟਰਾਂਸਲੇਸ਼ਨ ਕਰਨ ਦੀ ਲੋੜ ਨਹੀਂ, ਬਸ ਤੁਸੀਂ ਆਹ 3 ਚੈਪਟਰ ਜਿਹੜੇ ਨੇ ਨਾ ਬਚਿੱਤਰ ਨਾਟਕ ਦੇ, ਇਹਦੀ ਲੋੜ ਹੈ। ਇਹਦੇ 'ਚ ਇਹਨਾਂ ਦੀ ਚਿੱਠੀਆਂ ਨੇ, ਇਹ ਕਿਤਾਬ ਆਈ ਹੈ ਮੇਰੇ ਕੋਲ,
ਤੇ ਇਹ ਚਿੱਠੀਆਂ ਇਹਨਾਂ ਨੇ ਹੈਗੀਆਂ ਨੇ 1875 73 ਤੋਂ ਸ਼ੁਰੂ ਕਰਦੇ ਨੇ, 1873 ਤੋਂ। ਵੀ ਇਸ ਦੇ ਜਿਹੜੇ ਇਹਨਾਂ ਜੇ ਤੁਸੀਂ ਸਮਝਣੇ ਨੇ, ਇਹਨਾਂ ਨੇ ਉਰਦੂ 'ਚ ਟਰਾਂਸਲੇਟ ਕਰਕੇ ਦਿੱਤੇ। ਪਹਿਲਾਂ 3 ਆਇਆ, ਫਿਰ 5 ਆਇਆ, ਫਿਰ 6 ਚੈਪਟਰ ਆ ਗਏ। ਵੀ 6ਵੇਂ ਚੈਪਟਰ ਪੜ੍ਹ ਕੇ ਬੜੀ ਇਹਨਾਂ 'ਚ ਉਤਸੁਕਤਾ ਆਉਂਦੀ ਹੈ। ਸੋ ਅੰਗਰੇਜ਼ਾਂ ਨੇ ਉਰਦੂ 'ਚ ਟਰਾਂਸਲੇਟ ਕਰਕੇ ਅੰਗਰੇਜ਼ਾਂ ਨੂੰ ਇਹਨਾਂ ਨੇ ਭੇਜਿਆ, ਜਦ ਕਿ ਅੰਗਰੇਜ਼ੀ ਟਰਾਂਸਲੇਟ ਲੇਡਨ ਨੇ ਕੀਤਾ ਹੋਇਆ ਸੀ। ਮਿਸਟਰ ਲੇਡਨ ਨੇ ਹੋਰ ਬੜੇ ਆਪਣੇ ਜਿਹੜੇ ਇੱਥੋਂ ਦੇ ਧਾਰਮਿਕ ਗ੍ਰੰਥ ਉਹਨਾਂ ਨੂੰ ਟਰਾਂਸਲੇਟ ਕੀਤਾ ਸੀ। ਇਵੇਂ ਮੈਕਸ ਮੁਲਰ ਨੇ ਪੂਰੀ 50 ਵੋਲੀਅਮਸ ਨੇ ਸੇਕਰਡ ਬੁੱਕਸ ਆਫ ਦੀ ਈਸਟ, ਉਹ ਅੰਗਰੇਜ਼ਾਂ ਨੇ ਸਾਰੇ ਹਿੰਦੁਸਤਾਨ ਨੂੰ ਸਮਝ ਲਈ ਕੀਤਾ ਗਿਆ। ਸੋ ਇਹ ਆਪਾਂ ਜੇ ਦਲੀਲ ਲੈ ਲਈਏ ਕਿ ਇਹ ਅੰਗਰੇਜ਼ਾਂ ਨੇ ਇੱਥੇ ਇੱਕ ਮੁਹਿੰਮ ਚਲਾਈ, ਮੁਹਿੰਮ ਨਹੀਂ ਚਲਾਈ ਸੀ। ਉਹ ਸਾਡੇ ਬੰਦਿਆਂ ਨੇ ਉਹਨਾਂ ਦੇ ਪਿੱਠੂ ਬਣ ਕੇ ਦਿਆ ਵੀ ਇਹਦੀ ਪੂਰੀ ਟਰਾਂਸਲੇਸ਼ਨ ਦੀ ਲੋੜ ਨਹੀਂ, ਪੂਰਾ ਟਰਾਂਸਲੇਸ਼ਨ ਨਹੀਂ ਹੋਇਆ, ਤੇ ਅੱਜ ਵੀ ਨਹੀਂ ਹੋਇਆ। ਜੋ ਗਿਆਨੀ ਨਾਰਾਇਣ ਸਿੰਘ ਮੁਜੰਗਾ ਵਾਲਿਆਂ ਨੇ ਇੱਕ 500 ਰੁਪਏ ਦੀ ਸ਼ਰਤ ਲਾ ਕੇ 8 ਵੋਲੀਅਮ ਜੋ ਤਰਜਮਾ ਕੀਤਾ ਦਸਮ ਗ੍ਰੰਥ ਸਾਹਿਬ ਦਾ ਪੰਜਾਬੀ ਦੇ ਵਿੱਚ, ਜਦੋਂ ਕੋਈ ਕੋਸ਼ ਨਹੀਂ ਸਨ, ਉਹਨਾਂ ਦੇ ਗਿਆਨ ਦਾ ਤੁਸੀਂ ਅੰਦਾਜ਼ਾ ਲਗਾ ਸਕੋਗੇ। ਬਾਕੀ ਸਭ ਉਹਨਾਂ ਦੀ ਕੋਸ਼ ਨੂੰ ਬਸ ਆਪਣੀ ਲੈਂਗੁਏਜ ਲਿਖਣ ਵਾਲੀ ਗੱਲ ਹੈ, ਕਿਸੇ ਦੇ ਕੋਈ ਨਵੀਂ ਚੀਜ਼ ਨਹੀਂ ਕਿਸੇ ਨੇ ਦਿੱਤੀ। ਜਿਹੜੇ ਪੁਰਾਣੇ ਸਾਡੇ ਗਿਆਨੀ ਸੀ ਨਾ, ਕਥਾ 'ਚੋਂ ਸਿਧਾਂਤ ਸਮਝਾਉਂਦੇ ਸੀ ਤੇ ਲੋਕਾਂ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਸੀ। ਅੱਜ ਕੱਲ੍ਹ ਜਿਹੜੀ ਕਥਾ ਹੋ ਰਹੀ ਹੈ ਉਹ ਪ੍ਰਕਰਨ ਤੋਂ ਬਾਹਰ ਹੋ ਰਹੀ ਹੈ। ਸਿਧਾਂਤ ਨਹੀਂ ਸਮਝਾਏ ਜਾ ਰਹੇ, ਫਿਰ ਸ਼ੱਕ ਪੈਦਾ ਕੀਤੇ ਜਾ ਰਹੇ ਨੇ ਵੀ ਆਹ ਵੀ ਗੁਰੂ ਸਾਹਿਬ ਦੀ ਰਚਨਾ ਨਹੀਂ, ਇਹਦਾ ਮਨਮੱਤ ਹੋ ਗਈ। ਤੇ ਫਿਰ ਇਹੋ ਜਿਹੀ ਕਥਾ ਦਾ ਕੀ ਫਾਇਦਾ ਜਿਹੜਾ ਗੁਰੂ ਦੀ ਸਟੇਜ 'ਤੇ ਬਹਿ ਕੇ, ਗੁਰਦੁਆਰੇ ਦੀ ਸਟੇਜ 'ਤੇ ਬਹਿ ਕੇ ਸੰਗਤ ਨੂੰ ਗੁਰੂ ਨਾਲ ਤੋੜੇ। ਕਿਉਂਕਿ ਅਸੀਂ ਆਪ ਆਪਣੀ ਕਮਾਈਆਂ ਦੀ ਖਾਤਰ, ਜਿਹੜੀ ਕਮਾਈ ਕਿਸੇ ਦੇ ਕੰਮ ਨਹੀਂ ਆਈ, ਉਹਦੀ ਖਾਤਰ ਅਸੀਂ ਜਿਹੜਾ ਗੁਰੂ ਵਿਰੁੱਧ ਪ੍ਰਚਾਰ ਕਰ ਰਹੇ ਹਾਂ। ਅਤੇ ਗੁਰੂ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ, ਕਿਉਂਕਿ ਸੱਚ ਜਿਹੜਾ ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ, ਚੱਲਦਾ ਉਹਨੇ ਚੱਲਣਾ। ਉਹਦੇ ਦੁਸ਼ਮਣ ਪੈਦਾ ਹੋਣਗੇ ਪਰ ਉਹ ਅੱਗੇ ਕਦੀ ਚੱਲੇਗਾ ਨਹੀਂ। ਅਤੇ ਗੁਰੂ ਦੇ ਜਿਹੜੇ ਸੇਵਕ ਨੇ ਉਹਨਾਂ ਨੂੰ ਮੁਸ਼ਕਿਲਾਂ ਵੀ ਆਉਣਗੀਆਂ। ਇੱਕ ਇਹਦੇ 'ਚ ਮੈਂ ਤੁਹਾਨੂੰ ਦੱਸਦਾ ਸਟੋਰੀ। ਕੁਮਾਰ ਦੇ ਜਦੋਂ ਘੜਾ ਖਰੀਦਣ ਜਾਂਦਾ ਬੰਦਾ, ਉਹ 200 ਘੜਾ ਉਹਨੇ ਪਿੱਛੇ ਰੱਖਿਆ ਹੁੰਦਾ ਜਿੱਤੇ ਉਹਨੂੰ ਵਿਸ਼ਵਾਸ ਨਹੀਂ ਹੁੰਦਾ, 4-5 ਉਹਨੇ ਅੱਗੇ ਰੱਖੇ ਹੁੰਦੇ ਜਿੱਤੇ ਉਹਨੂੰ ਭਰੋਸਾ ਹੁੰਦਾ। ਗੁਰੂ ਨੂੰ ਵੀ ਭਰੋਸਾ ਹੁੰਦਾ, ਜੇ ਸਾਡਾ ਗੁਰੂ 'ਚ ਭਰੋਸਾ ਹੋਏਗਾ ਤਾਂ ਗੁਰੂ ਨੂੰ ਵੀ ਤੁਹਾਡੇ 'ਚ ਭਰੋਸਾ ਹੁੰਦਾ। ਅਤੇ ਉਹ ਘੜੇ ਚੁੱਕ ਕੇ ਨਾ ਅਤੇ ਸੋਟੀ ਮਾਰ ਕੇ ਦਿਖਾਉਂਦਾ, ਜੀ ਦੇਖ ਲਓ ਜੀ ਬੜਾ ਪੱਕਾ ਜੇ, ਇਹ ਟੁੱਟਦਾ ਨਹੀਂ। ਠੀਕ, ਉਹਨੂੰ ਵਿਸ਼ਵਾਸ ਦਿਵਾਉਣ ਲਈ ਜਿਹੜਾ ਖਰੀਦਣ ਆਇਆ, ਲੈਣ ਆਇਆ। ਸੋਟੀ ਦਾ ਮਾਰ ਹੈ ਲੇਕਿਨ ਹੱਥ ਵੀ ਰੱਖਿਆ ਉਹਨੇ। ਇਹ ਹੈ ਪ੍ਰੋਬਲਮ ਆਫ ਸਫਰਿੰਗ ਇਨ ਵਰਲਡ ਰਿਲੀਜਨਸ। ਇੱਕ ਜੌਨ ਬੌਕਰ ਦੀ ਬੁੱਕ ਹੈ, ਕੈਂਬਰਿਜ ਯੂਨੀਵਰਸਿਟੀ ਨੇ ਬਹੁਤ ਸੋਹਣੀ ਉਹਦੇ 'ਚ ਐਕਸਪਲੇਸ਼ਨ ਦਿੱਤੀਆਂ ਹੋਈਆਂ ਨੇ ਕਿ ਉਹ ਜਿਹੜੀ ਸਫਰਿੰਗ ਹੈ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਜਿਹੜਾ ਘਟੀਆ ਇਨਸਾਨ, ਜੁਰਮ ਕਰਨ ਵਾਲਾ, ਅਸੁਰੀ ਸ਼ਕਤੀਆਂ ਵਾਲਾ, ਉਸ ਨੂੰ ਸਜ਼ਾ ਮਿਲਣੀ ਹੈ, ਉਹ ਤਾਂ ਰੱਬੋਂ ਸਜ਼ਾ ਲਿਖੀ ਹੈ ਨਾ। ਇੱਕ ਜਿਹੜੇ ਰੱਬ ਦੇ ਬੰਦਿਆਂ ਨੂੰ ਜਿਹੜੀ ਸਜ਼ਾ ਹੈ, ਉਹ ਰੱਬ 'ਚ ਵਿਸ਼ਵਾਸ ਪੈਦਾ ਕਰਨ ਲਈ ਸਜ਼ਾ ਦਿੱਤੀ ਜਾਂਦੀ ਹੈ ਕਿ ਆਹ ਮੇਰੇ ਬੰਦੇ ਨੇ, ਇਸ ਤਰ੍ਹਾਂ ਦੇ ਬਣ ਜਾਓ ਅਤੇ ਮੇਰੇ ਨਾਲ ਹੋ। ਹੁਣ ਇਹ ਚੁਆਇਸ ਗੁਰੂ ਨੇ ਤੁਹਾਨੂੰ ਦਿੱਤੀ ਹੈ, ਖੁੱਲ੍ਹੀ ਛੁੱਟੀ ਦਿੱਤੀ ਹੈ ਵੀ ਤੂੰ ਭਾਈ ਮਨਮੁਖ ਬਣਨਾ, ਗੁਰਮੁਖ ਬਣਨਾ, ਸੱਚਾ ਬਣਨਾ, ਝੂਠਾ ਬਣਨਾ, ਵਿਵੇਕੀ ਬਣਨਾ, ਅਵਿਵੇਕੀ ਬਣਨਾ, ਅੰਧੇਰੇ ਵੱਲ ਜਾਣਾ ਕਿ ਚਾਨਣ ਦਾ ਪ੍ਰਕਾਸ਼ ਕਰਨਾ। ਇਹ ਉਹਨੇ ਚੁਆਇਸ ਦਿੱਤੀ ਹੈ। ਇਸੇ ਲਈ ਇਸੇ ਤੋਂ ਕਰਮ ਫਿਲੋਸਫੀ ਬਣਦੀ ਹੈ। ਸੋ ਦਸਮ ਗ੍ਰੰਥ ਸਾਹਿਬ ਦਾ ਕੋਈ ਵਿਵਾਦ ਨਹੀਂ, ਵਿਵਾਦ ਬੰਦਿਆਂ ਦੇ ਮਨਾਂ ਦੇ ਵਿੱਚ ਹੈ, ਉੱਥੋਂ ਉਤਪੰਨ ਹੁੰਦਾ। ਪਿਛਲੇ ਬੰਦਾ ਸਾਹਿਬ 1885 ਤੋਂ ਸ਼ੁਰੂ ਹੋਇਆ, 135 ਸਾਲ ਹੋ ਗਏ, ਅਤੇ ਨਾ ਤਾਂ ਕਿਸੇ ਨੇ ਨਿਤਨੇਮ ਕਰਨਾ ਛੱਡਿਆ, ਨਾ ਅਰਦਾਸ ਕਰਨੀ ਛੱਡੀ ਹੈ, ਅਤੇ ਨਾ ਹੀ ਇਹਦਾ ਪਾਠ ਕਰਨਾ ਛੱਡਿਆ। ਹੁਣ ਇੱਕ ਇਹਨਾਂ ਦਾ ਸਭ ਤੋਂ ਵੱਡਾ ਮੋਢੀ ਪ੍ਰਿਤਪਾਲ ਸਿੰਘ ਬਿੰਦਰਾ, ਕੈਨੇਡਾ ਤੋਂ ਕਿ US ਤੋਂ, ਉਹ ਜਦੋਂ ਤਾਂ ਲਿਖਦੇ ਨੇ ਇਹਦੇ ਲਈ ਚੰਡੀਗੜ੍ਹ ਵਾਲਿਆਂ ਲਈ, ਕੀ ਗੁਰੂ ਸਾਹਿਬ ਹੀ ਲਿਖ ਸਕਦੇ ਨੇ?
ਵੀ ਤੁਹਾਨੂੰ ਪੁੱਛ ਕੇ ਲਿਖਣਾ ਸੀ ਗੁਰੂ ਨੇ? ਗੁਰੂ ਗ੍ਰੰਥ ਸਾਹਿਬ ਤੁਹਾਨੂੰ ਪੁੱਛਿਆ ਸੀ ਲਿਖਣ ਲੱਗਿਆ? ਔਰ ਮੈਨੂੰ ਹੁਣ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਲੱਗਦਾ ਕਿ ਜੇ ਗੁਰੂ ਅਰਜਨ ਸਾਹਿਬ ਅੱਜ ਸੰਪਾਦਨਾ ਕਰਨ ਬਹਿ ਜਾਂਦੇ ਨਾ ਇਹਨਾਂ ਦੇ, ਤੇ ਇਹਨਾਂ ਨੇ ਗੁਰੂ ਸਾਹਿਬ ਨੂੰ ਨਾ ਵਿੱਚੋਂ ਭੱਟ ਬਾਣੀ ਵੀ ਕਢਾ ਦੇਣੀ ਸੀ, ਰਾਗਮਾਲਾ ਵੀ ਕਢਾਉਣੀ ਸੀ, ਸਾਰੇ ਵਿੱਚੋਂ ਕਢਾ, ਨਹੀਂ ਜੀ ਗੁਰੂ ਸਾਹਿਬ ਇਹ ਨਹੀਂ ਕਰਨ ਦੇਣੀ, ਇਹਨਾਂ ਨੂੰ ਸੰਪਾਦਨਾ ਹੀ ਨਹੀਂ ਕਰਨ ਦੇਣੀ ਸੀ। ਇਸ ਤਰ੍ਹਾਂ ਦੇ ਨਲਾਇਕ ਜਿਹੜੇ ਨੇ ਅਗਲੇ, ਜਿਹੜੀ ਇਹ ਸਾਡੀ ਪੀੜ੍ਹੀ ਤਿਆਰ ਕੀਤੀ ਜਾ ਰਹੀ ਹੈ, ਇਸ ਤਰ੍ਹਾਂ ਕਦੀ ਧਾਰਮਿਕ ਗ੍ਰੰਥਾਂ ਦੀ ਜਿਹੜੀ ਹੈ ਉਹ ਵਿਖਿਆਨ ਨਹੀਂ ਹੁੰਦੇ, ਸਟੱਡੀ ਨਹੀਂ ਹੁੰਦੀ, ਉਹਦੇ ਇੱਕ ਕਾਨੂੰਨ ਹੁੰਦੇ ਨੇ, ਉਹਦਾ ਇੱਕ ਵਿਧਾਨ ਹੈ, ਆਲੋਚਨਾ ਦਾ ਵੀ ਵਿਧਾਨ ਹੈ। ਉਸ ਵਿਧਾਨ ਤੋਂ ਬਾਅਦ ਜਦੋਂ ਜਾ ਕੇ ਲਿਟਰੇਰੀ ਕ੍ਰਿਟਿਸਿਜ਼ਮ ਹੈ, ਉਹਦੇ ਪੂਰੀਆਂ ਕਿਤਾਬਾਂ ਨੇ। ਮੇਰੇ ਐਮ ਏ ਦੇ ਵਿੱਚ ਪੂਰਾ ਪੇਪਰ ਸੀ ਲਿਟਰੇਰੀ ਲੈਂਗੁਏਜ ਤੁਸੀਂ ਜਿਹੜੀ ਆ ਉਹਦਾ ਕਰ ਸਕਦੇ ਹੋ ਆਲੋਚਨਾ, ਆਪਣੀ ਬੁੱਧੀ ਨਾਲ ਨਹੀਂ। ਸੋ ਇਹਨਾਂ ਨੇ ਆਪਣੀ ਬੁੱਧੀ ਨਾਲ ਜੋ ਵਰਤ ਲਿਆ ਪਿਛਲੇ 135 ਸਾਲ 'ਚ, ਸਾਡਾ ਨਾ ਤਾਂ ਦਸਮ ਗ੍ਰੰਥ 'ਤੇ ਵਿਸ਼ਵਾਸ ਟੁੱਟਿਆ, ਨਾ ਨਿਤਨੇਮ ਬਦਲਿਆ, ਨਾ ਅੰਮ੍ਰਿਤ ਦਾ ਸੰਚਾਰ ਦਾ ਵਿਧੀ ਬਦਲੀ, ਨਾ ਅਰਦਾਸ ਬਦਲੀ। ਇਹ ਕਈ ਵਾਰੀ ਕਈ ਸਰੂਪਾਂ 'ਚ ਆਏ ਨੇ ਅਤੇ ਖੂਹ ਦੇ ਡੱਡੂ 'ਚ ਹੀ ਰਹਿ ਜਾਂਦੇ, ਉੱਥੇ ਹੀ ਮਰ ਜਾਂਦੇ ਨੇ, ਅਤੇ ਸਾਨੂੰ ਇਹਨਾਂ ਦੀ ਕੋਈ ਤਕਲੀਫ ਨਹੀਂ, ਨਾ ਇਹਨਾਂ ਦਾ ਸਾਨੂੰ ਇਹਨਾਂ ਨਾਲ ਕੋਈ ਦੋਸਤੀ ਹੈ ਅਤੇ ਨਾ ਹੀ ਦੁਸ਼ਮਣੀ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ 'ਚ ਮੈਂ ਗੱਲ ਕਰਾਂਗਾ ਦਸਮ ਗ੍ਰੰਥ 'ਚੋਂ ਬਚਿੱਤਰ ਨਾਟਕ ਗ੍ਰੰਥ ਆਪਣੀ ਕਥਾ ਭਾਗ, ਉਹਦੇ ਬਾਰੇ। ਹੁਣ ਅੰਦਰੂਨੀ ਗਵਾਹੀ ਬੜੀ ਕਲੀਅਰ ਹੈ ਕਿ ਬਚਿੱਤਰ ਨਾਟਕ ਗ੍ਰੰਥ ਦੀ ਜਿਹੜੀ ਸ਼ੁਰੂਆਤ ਹੈ ਇਸ ਆਪਣਾ 1681 'ਚ ਹੋਈ, ਸਮਾਪਤੀ 1698 'ਚ ਹੁੰਦੀ ਹੈ, ਰਾਮ ਅਵਤਾਰ ਦੇ ਚਰਿੱਤਰ ਦੇ ਸਮਾਪਤੀ 'ਤੇ। ਹੁਣ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਕਿਸੇ ਰਚਨਾ ਦੀ ਸ਼ੁਰੂਆਤ ਅਤੇ ਸਮਾਪਤੀ ਨਹੀਂ ਨਾ ਦਿੱਤੀ ਗਈ। ਇਹਦੇ 'ਚ ਕਿਉਂ ਦਿੱਤੀ ਗਈ ਹੈ? ਕੁਝ ਉਹਦੇ 'ਚ ਕਿਉਂ ਨਹੀਂ ਦਿੱਤੀ ਹੈ ਜੀ? ਇਹ ਕੋਈ ਵਿਸ਼ਾ ਜਿਹੜਾ ਤਕਰਾਰ ਦਾ ਨਹੀਂ ਹੁੰਦਾ, ਇਹ ਕਥਾ ਦਾ ਇੱਕ ਵਿਧਾਨ ਹੈ, ਕਥਾ ਲਿਖਣ ਦਾ ਵਿਧਾਨ ਹੈ। ਹੁਣ ਇਹ ਅਸੀਂ ਇਹਨਾਂ ਨੇ ਕਹਿ ਦਿੱਤਾ ਜੀ, ਗੁਰੂ ਸਾਹਿਬ ਕੋਲ ਤਾਂ ਟਾਈਮ ਹੀ ਨਹੀਂ ਸੀ ਲਿਖਣ ਦਾ, ਯੁੱਧਾਂ 'ਚ ਬਿਜ਼ੀ ਰਹੇ। 1675 ਤੋਂ ਲੈ ਕੇ 1688 'ਚ ਗੁਰੂ ਸਾਹਿਬ ਬਿਲਕੁਲ ਫਰੀ ਰਹੇ ਨੇ। 1688 'ਚ ਭੰਗਾਣੀ ਦਾ ਜੰਗ ਹੁੰਦਾ, ਠੀਕ ਹੈ। 1688 'ਚ ਜਿਹੜਾ ਜੰਗ ਹੁੰਦੀ ਹੈ ਕਿੰਨੇ ਦਿਨ ਦੀ ਹੈ? ਫਿਰ ਉੱਥੋਂ ਵਾਪਸੀ ਪਾਉਂਟਾ ਸਾਹਿਬ ਤੋਂ ਆਪਣਾ ਅਨੰਦਪੁਰ ਸਾਹਿਬ ਆ ਜਾਂਦੇ, ਅਨੰਦਪੁਰ ਸਾਹਿਬ ਆ ਕੇ ਵਸਾਇਆ ਗਿਆ 1688 'ਚ, ਠੀਕ ਹੈ। ਅਤੇ ਫਿਰ 1691 ਤੱਕ ਕੋਈ ਜੰਗ ਨਹੀਂ ਹੈ। ਫਿਰ ਜਿਹੜੀਆਂ ਅੱਗੇ ਜੰਗਾਂ ਹੋਈਆਂ ਨੇ ਉਹ 1705 ਤੋਂ ਪਹਿਲਾਂ ਦੀਆਂ, ਉਹ ਇੱਕ ਇੱਕ ਦੋ ਦਿਨ ਦੀ ਜੰਗ ਹੈ। ਇਹ ਕਿਹੜੀ ਮਤਲਬ ਕਿ ਤਰਕ ਕੱਢ ਲਿਆ ਵੀ ਗੁਰੂ ਸਾਹਿਬ ਕੋਲ ਟਾਈਮ ਨਹੀਂ ਸੀ ਹੈਗਾ? ਆਪਣੇ ਵਰਗਾ ਨਾ ਸਮਝ ਲਓ ਕਿ ਗੁਰੂ ਕੋਲ ਟਾਈਮ ਨਹੀਂ ਸੀ ਅਤੇ ਤੁਸੀਂ ਤਾਂ, ਤੁਹਾਡੇ ਕੋਲ ਟਾਈਮ ਸਿਰਫ ਗੁਰੂ ਦੀ ਨਿੰਦਾ ਕਰਨ ਲਈ ਹੈ, ਕੁਛ ਸਵਾਰਨ ਲਈ ਤਾਂ ਹੈ ਨਹੀਂ। ਜੇ ਸਵਾਰਨ ਲਈ ਹੁੰਦਾ ਤਾਂ ਕੁਛ ਲਿਖ ਜਾਂਦੇ, ਲਿਖਿਆ ਕੁਛ ਨਹੀਂ ਹੈ। ਹੁਣ ਆਪਾਂ ਜੇ ਦੇਖੀਏ ਕਿ ਪਹਿਲੀ ਰਚਨਾ ਜਾਪ ਸਾਹਿਬ ਹੈ, ਮੁਖਫਕ ਬਾਣੀ। ਦੂਸਰੀ ਰਚਨਾ ਅਕਾਲ ਉਸਤ ਹੈ, ਫਿਰ ਮੁਖਫਕ ਬਾਣੀ ਹੈ। ਤੀਸਰੀ ਰਚਨਾ ਜਿਹੜੀ ਗੁਰੂ ਸਾਹਿਬ ਰਚਦੇ ਨੇ ਉਹ ਹੈ ਬਚਿੱਤਰ ਨਾਟਕ ਗ੍ਰੰਥ ਸ਼ੁਰੂ ਕਰਦੇ ਨੇ। ਅਤੇ ਬਚਿੱਤਰ ਨਾਟਕ ਗ੍ਰੰਥ ਜਿਹੜਾ ਉਹਦਾ ਮੰਗਲਾਚਰਨ ਹੈ, ਉਹਦਾ ਮੰਗਲਾਚਰਨ ਦਾ ਸਿਰਲੇਖ ਕੀ ਹੈ? ਕਾਲ ਜੀ ਕੀ ਉਸਤਤ। ਅਕਾਲ ਜੀ ਕੀ ਉਸਤਤ ਕਿਉਂ ਨਹੀਂ ਕਿਹਾ? ਹੁਣ ਕਿਉਂ ਦੀ ਜਦੋਂ ਆ ਜੇ ਵੀ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਵੀ ਮੈਂ ਅਕਾਲ ਉਸਤਤ ਕਰ ਚੁੱਕਾ, ਉਹਦੇ 'ਚ ਗੁਰੂ ਉਸ ਅਕਾਲ ਪੁਰਖ ਦੇ ਸਾਰੇ ਰੂਪ ਦੱਸ ਚੁੱਕਾ। ਉਸ ਦੀ ਸੰਘਾਰਨ ਸ਼ਕਤੀ ਜਿਹੜੀ ਆ ਉਹ ਕਾਲ ਹੈ। ਆਪਾਂ ਕਹਿੰਦੇ ਉਸ ਦਾ ਕਾਲ ਆ ਗਿਆ ਜੀ। ਕਾਲ ਸਮੇਂ ਨੂੰ ਕਿਹਾ ਗਿਆ, ਠੀਕ ਹੈ। ਅਤੇ ਸਮਾਂ ਜਿਹੜਾ ਉਹ ਸਰਵ ਸ਼ਕਤੀਮਾਨ ਹੈ, ਨਿਰੰਤਰ ਚੱਲਣਾ। ਕਾਲ ਚੱਕਰ, ਕਾਲ ਕਟੰਗ, ਕਾਲ ਫਾਸ। ਅਤੇ ਗੁਰੂ ਸਾਹਿਬ ਨੇ ਇਹ ਜਿਹੜਾ ਸਿਰਲੇਖ ਹੈ ਬਚਿੱਤਰ ਨਾਟਕ ਗ੍ਰੰਥ ਦਾ,
ਜਿਹੜਾ ਇਹਦਾ ਮੰਗਲਾ ਚਰਨ ਹੈ, ਉਹ ਸਿਰਲੇਖ ਇੱਕ ਡੈਲੀਬਰੇਟ ਹੈ, ਕਾਲ ਪੁਰਖ ਬਾਜ। ਹੁਣ ਕਾਲ ਪੁਰਖ ਦਾ ਜਿਹੜੀ ਉਸਤਤ ਹੈ ਉਹ ਕਿਉਂ ਕੀਤੀ ਗਈ? ਜਿੰਨੇ ਵੀ ਅਵਤਾਰੀ ਪੁਰਸ਼ ਸੀ, ਜਿੰਨੇ ਵੀ ਅਵਤਾਰ ਪੁਰਸ਼ ਜਿਨ੍ਹਾਂ ਦੀ ਗੁਰੂ ਸਾਹਿਬ ਨੇ ਅੱਗੇ ਜਾ ਕੇ ਵਿਆਖਿਆ ਕਰਨੀ ਹੈ, ਜਿਨ੍ਹਾਂ ਦਾ ਉਹਨਾਂ ਨੇ ਗੱਲਬਾਤ ਕਰਨੀ ਹੈ, ਉਹਨਾਂ ਨੂੰ ਰੱਬ ਦਾ ਦਰਜਾ ਦੇਣਾ ਸ਼ੁਰੂ ਹੋ ਗਿਆ। ਪੁਰਾਣਿਕ ਸਾਹਿਤ 'ਚ ਨਹੀਂ ਹੈ, ਵੈਦਿਕ ਸਾਹਿਤ 'ਚ ਨਹੀਂ ਹੈ, ਉਪਨਿਸ਼ਦਾਂ 'ਚ ਨਹੀਂ ਹੈ, ਲੇਕਿਨ ਪੁਰਾਣਿਕ ਸਾਹਿਤ ਸ਼ੁਰੂ ਹੋ ਗਿਆ। ਅਤੇ ਜਿਹੜਾ ਓਂਕਾਰ ਸੀ, ਸਿਧਾਂਤ ਓਂਕਾਰ ਦਾ, ਸਨਾਤਨ ਧਰਮ ਦੇ ਜਿਹੜੇ ਗ੍ਰੰਥ ਨੇ, ਵੈਦਿਕ ਗ੍ਰੰਥ ਨੇ, ਵੇਦ ਉਪਨਿਸ਼ਦ ਸਾਰੇ ਪੜ੍ਹ ਲਓ, ਓਂਕਾਰ ਸਰਵ ਸ਼ਕਤੀਮਾਨ ਰੱਬ ਲਈ ਯੂਜ਼ ਹੋਇਆ ਸੀ। ਪਰ ਜਦੋਂ ਇਹ ਜਿਹੜੀਆਂ ਆਪਾਂ ਸ਼ਕਤੀਆਂ ਦੀ ਗੱਲ ਕਰਦੇ ਹਾਂ, ਬ੍ਰਹਮਾ, ਵਿਸ਼ਨੂੰ, ਮਹੇਸ਼ ਅਤੇ ਹੋਰ ਜਿੰਨੀਆਂ ਸ਼ਕਤੀਆਂ, ਇਹਨਾਂ ਨੂੰ ਜਦੋਂ ਪਰਮਾਤਮਾ ਦੀ ਸ਼ਕਤੀ ਦੇ ਰੂਪ 'ਚ ਦਿਖਾਉਣਾ ਸ਼ੁਰੂ ਕੀਤਾ ਨਾਰਦ ਨੇ, ਜਿਹਦਾ ਜ਼ਿਕਰ ਬਿਹਾਗੜੇ ਕੀ ਵਾਰ 'ਚ ਗੁਰੂ ਨਾਨਕ ਦੇਵ ਜੀ ਕਰਦੇ ਨੇ, ਵੀ ਇਹਨਾਂ ਨੂੰ ਮਿਸਲੀਡ ਕੀਤਾ ਗਿਆ, ਮੂਰਤੀ ਪੂਜਾ ਸ਼ੁਰੂ ਹੋ ਗਈ। ਅਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਉਹ ਜਿਹੜਾ ਓਂਕਾਰ ਦਾ ਸਿਧਾਂਤ ਸੀ, ਉਸ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕੀਤਾ। ਇੱਕ ਲਗਾਤਾ ਨਾਲ, ਇੱਕ ਮਤਲਬ ਇੱਕ ਨਿਰਾਕਾਰ ਅਕਾਲੀ ਜੋਤ ਜੋ ਜਨਮ ਨਹੀਂ ਲੈਂਦੀ, ਜੋ ਸਰਵ ਸ਼ਕਤੀਮਾਨ ਹੈ, ਸਰਵ ਵਿਆਪਕ ਹੈ। ਓਂਕਾਰ ਉਸ ਨਿਰਾਕਾਰ ਸ਼ਕਤੀ ਦੀ ਸਾਕਾਰ ਸ਼ਕਤੀ ਜਿਹੜੀ ਸਾਰਿਆਂ ਦੇ ਵਿੱਚ ਵਿਦਵਾਨ ਹੈ, ਜਿਸ ਨੂੰ ਪਹਿਚਾਨਣਾ, ਜਿਸ ਨੂੰ ਪਹਿਚਾਨਣਾ, ਅੰਦਰ ਬੈਠੀ ਅਕਾਲੀ ਜੋਤ ਨੂੰ ਪਹਿਚਾਨਣਾ, ਉਸ ਦੀ ਰਿਅਲਾਈਜੇਸ਼ਨ ਕਰਨੀ, ਉਸ ਨੂੰ ਯੋਗ ਕਿਹਾ ਗਿਆ। ਇਹ ਜਦੋਂ ਸਾਰੀਆਂ ਸ਼ਕਤੀਆਂ ਨੂੰ ਪਰਮਾਤਮਾ ਦਾ ਰੂਪ ਦੇਣਾ ਸ਼ੁਰੂ ਕਰਤਾ, ਵੀ ਰੱਬ ਜਨਮ ਲੈ ਕੇ ਧਰਤੀ 'ਤੇ ਆਉਂਦਾ, ਉਸ ਨੂੰ ਖਤਮ ਕਰਨ ਲਈ, ਉਸ ਦੇ ਭਸਨਾ ਕਰਨ ਲਈ, ਉਸ ਦੇ ਕ੍ਰਿਟਿਸਿਜ਼ਮ ਲਈ ਪਹਿਲਾਂ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ, ਜਿਹਦੇ ਵਿੱਚ ਫਿਰ ਉਹ ਕਹਿੰਦੇ ਹੁਕਮੇ ਉਪਜੇ 10 ਅਵਤਾਰਾ। ਹਾਂ, ਉਹ ਹੁਕਮ 'ਚ ਆਏ ਨੇ। ਅਤੇ ਗੁਰੂ ਗੋਬਿੰਦ ਸਿੰਘ ਨੇ ਫਿਰ ਬਚਿੱਤਰ ਨਾਟਕ ਦੀ ਰਚਨਾ 'ਚ ਉਹਦੇ ਵਿਖਿਆਨ ਕੀਤਾ ਵੀ ਜਿੰਨੇ ਵੀ ਇਹ ਅਵਤਾਰੀ ਪੁਰਸ਼ ਹੋਏ ਨੇ, ਇਹ ਕਾਲ ਕਟੰਗ, ਕਾਲ ਫਾਸ ਉਹਨਾਂ ਦੇ ਭਾਣੇ 'ਚ ਨੇ, ਇਹ ਨਾਸ਼ਵਾਨ ਨੇ। ਪਰਲੇ ਦੇ ਸਮੇਂ ਤੇ ਜਿੰਨੀ ਸਾਡੇ ਹਿੰਦੂ ਵਿਸ਼ਵਕੋਸ਼ ਵੀ ਨੇ, ਉਹਨਾਂ 'ਚ ਵੀ ਜ਼ਿਕਰ ਹੈ ਵੀ ਜਦੋਂ ਪਰਲੇ ਆਉਣੀਆਂ ਇਹ ਸ਼ਕਤੀਆਂ, ਰੱਬੀ ਸ਼ਕਤੀਆਂ ਖਤਮ ਹੋ ਜਾਂਦੀਆਂ, ਰੱਬੀ ਸ਼ਕਤੀਆਂ। ਫਿਰ ਉਹ ਸਰਵ ਕਲਾ ਸਮਰੱਥ ਅਕਾਲ ਪੁਰਖ ਨੂੰ ਜਿਹੜਾ ਜਦੋਂ ਧਰਮ ਦਾ ਬੈਲੈਂਸ ਵਿਗੜਦਾ, ਉਹ ਫਿਰ ਆਪਣਾ ਇੱਕ ਨੁਮਾਇੰਦਾ ਭੇਜਦਾ, ਜਿਹਨੂੰ ਅਸੀਂ ਅਵਤਾਰ ਕਹਿ ਦਿੰਦੇ ਹਾਂ। ਠੀਕ ਹੈ, ਅਵਤਰਨ ਹੋਇਆ ਸੰਸਕ੍ਰਿਤ 'ਚ। ਉਹ ਕਿਸ ਲਈ? ਸਮੇਂ ਦੇ ਮੁਤਾਬਕ ਉਹਨਾਂ ਨੂੰ ਸ਼ਕਤੀਆਂ ਦਿੱਤੀਆਂ ਗਈਆਂ। ਤ੍ਰੇਤੇ ਯੁੱਗ 'ਚ ਰਾਮਚੰਦਰ ਜੀ ਆਉਂਦੇ ਨੇ ਅਤੇ 14 ਕਲਾ ਸੰਪੂਰਨ ਨੇ। ਦੁਆਪਰ 'ਚ ਕ੍ਰਿਸ਼ਨ ਜੀ ਆਉਂਦੇ ਨੇ, 16 ਕਲਾ ਸੰਪੂਰਨ ਨੇ। ਅਤੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਕ੍ਰਿਸ਼ਨ ਅਵਤਾਰ ਹੈ, ਇਸੇ ਲਈ ਥੋੜ੍ਹਾ ਜਿਹਾ ਵੱਡਾ ਹੈ, ਵੀ 16 ਕਲਾ ਸੰਪੂਰਨ ਨੇ। ਕਿ ਇੱਥੇ ਰੱਬੀ ਹੁਕਮ ਵਰਤਾਏ, ਉਹਦਾ ਜ਼ਿਕਰ ਕਰ ਰਹੇ। ਅਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਆਇਆ, ਉਹਨਾਂ ਦਾ ਸਮਾਂ ਆਇਆ, ਅਤੇ ਫਿਰ ਤਾਂ ਧਰਮ ਤਾਂ ਸਾਰੇ ਆਪਣੇ ਪੈਰ ਖੋ ਚੁੱਕਾ ਸੀ। ਆਪਣੇ ਗੁਰੂ ਗ੍ਰੰਥ ਸਾਹਿਬ ਵੀ ਦੱਸੇ, ਭਾਈ ਗੁਰਦਾਸ ਜੀ ਵੀ ਦੱਸਦੇ ਨੇ। ਅਤੇ ਫਿਰ ਸਰਬ ਕਲਾ ਸਮਰੱਥ ਗੁਰੂ ਨਾਨਕ ਦੇਵ ਜੀ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਰੱਬ ਅਕਾਲ ਪੁਰਖ ਧਰਤੀ 'ਤੇ ਭੇਜਦਾ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਭਾਈ ਨੰਦ ਲਾਲ ਜੀ ਗੰਜਨਾਮਾ 'ਚ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਕਰਦੇ ਨੇ। ਔਰ ਉਹ ਸਾਰੇ ਅਵਤਾਰੀ ਪੁਰਸ਼ਾਂ ਦਾ ਦੱਸ ਰਹੇ ਨੇ ਵੀ ਇਹ ਰੱਬ ਨਹੀਂ। ਅਤੇ ਮੈਂ ਉਸ ਲਾਈਨ 'ਚ ਹਾਂ ਜਿੱਥੋਂ ਲਾਈਨੇਜ ਦਾ ਰੌਲਾ ਪਿਆ ਸਾਡੇ, ਉਹ ਜੀ ਸਾਨੂੰ ਤਾਂ ਲਵ ਕੁਸ਼ ਦੀ ਔਲਾਦ ਕਹਿ ਦਿੱਤਾ। ਠੀਕ ਹੈ ਨਾ, ਉਹ ਲਾਈਨੇਜ ਇੱਕ ਚੀਜ਼ ਹੁੰਦੀ ਹੈ ਅਤੇ ਪਰਿਵਾਰ ਇੱਕ ਅਲੱਗ ਚੀਜ਼ ਹੁੰਦੀ ਹੈ। ਲਾਈਨੇਜ ਤੱਕ ਤੋਂ ਹੈ ਕਿ ਹੁਣ ਤੁਸੀਂ ਚੰਗੇਜ਼ ਖਾਨ ਦੀ ਔਲਾਦ ਤੋਂ ਬਣੋ ਰਹੇ, ਜਦੋਂ ਹਿੰਦੁਸਤਾਨ 'ਚ ਪੈਦਾ ਹੋਗੇ ਲਾਈਨੇਜ ਕਿਤੇ ਨਾ ਕਿਤੇ ਜਾ ਕੇ ਮਿਲੇਗੀ। ਉਸ ਲਾਈਨੇਜ ਦੇ ਵਿੱਚ ਗੁਰੂ ਸਾਹਿਬ ਨੇ ਦੱਸਤਾ ਕਿ ਵੀ ਇਸ ਲਾਈਨ ਦੇ ਵਿੱਚ ਮੈਂ ਬੈਠਾ, ਜਿੰਨੇ ਅਵਤਾਰੀ ਪੁਰਸ਼ ਹੋਏ ਨੇ, ਅਤੇ ਉਹਨਾਂ ਦੀ ਲਾਈਨ ਦੇ ਵਿੱਚ ਮੈਂ ਵੀ ਨਾਸ਼ਵਾਨ ਹਾਂ।
मैं रब नहीं, जो हमको परमेश्वर उचरे ते सब नरक कुंड में फसरे। इदू वध गुरु साहब ने सानू की संकेत देना सी कि अवतारवाद का खंडन, ਅਸੀਂ ਕਹਿੰਦੇ जी अवतारवाद दिखाया गया ਇਹਦੇ 'ਚ, ਇੰਨਾ ਝੂਠ क्यों। फिर ਹੁਣ ਅੱਗੇ ਆ ਜਾਓ, ਜਿਹੜੀ ਗੁਰੂ ਸਾਹਿਬ ਦੀ ਤਪੱਸਿਆ ਦੀ ਹੇਮਕੁੰਡ ਸਾਹਿਬ ਦੇ ਕਹਿੰਦੇ ਜੀ ਉਹ ਪਿਛਲਾ ਜਨਮ ਕਿੱਥੇ ਆ ਵੀ, ਉਹ ਭੌਤਿਕ ਸਰੀਰ ਹੈ, ਉਹ ਭੌਤਿਕ ਸਰੀਰ ਨਹੀਂ ਹੈ, ਉਹ ਜੋਤ ਹੈ। ਜੋਤ ਹੈ ਤੇ ਉਸ ਨੂੰ ਆਗਿਆ ਹੋ ਰਹੀ ਹੈ। ਉਹ ਜੋਤ ਸੀ ਤਾਂ ਗੁਰੂ ਨਾਨਕ ਸਾਹਿਬ ਨੂੰ ਆਗਿਆ ਹੋਈ। ਜਦੋਂ ਭਗਤੀ ਪ੍ਰਵਾਨ ਚੜ੍ਹਦੀ ਹੈ ਤੇ ਫਿਰ ਵਰਦਾਨ ਮਿਲਦਾ। ਤੇ ਜਿੰਨੇ ਵੀ ਸਨਾਤਨ ਧਰਮ ਦੇ ਜਾਂ ਹਿੰਦੂ ਧਰਮ ਦੇ ਗ੍ਰੰਥਾਂ 'ਚ ਜਿੰਨੇ ਅਵਤਾਰੀ ਪੁਰਸ਼ ਹੋਏ ਨੇ, ਜਿੰਨੇ ਵੀ ਉਹ ਭਗਤ ਹੋਏ ਨੇ, ਤੁਸੀਂ ਦੇਖੋ ਉਹਨਾਂ ਨੇ ਸ਼ਿਵ ਦੀ ਆਰਾਧਨਾ ਕੀਤੀ। ਆਰਾਧਨਾ ਕਰ ਕਰਾ ਕੇ ਜਦੋਂ ਉਹਨਾਂ ਨੂੰ ਸ਼ਕਤੀ ਤੇ ਸ਼ਿਵ ਜੀ ਖੁਸ਼ ਹੋਏ ਜਾਂ ਵਿਸ਼ਨੂੰ ਤੋਂ ਵਰਦਾਨ ਕੀ ਮਿਲਦਾ ਵੀ ਜਿਹੜਾ ਤੂੰ ਮਰਜ਼ੀ ਵਰਦਾਨ ਮੰਗ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਜਾ। ਉਹ ਵਰਤੀਆਂ ਕਿਵੇਂ ਗਈਆਂ? ਕਿਸੇ ਨੂੰ ਭਸਮ ਕਰ ਦਿਓ, ਕਿਸੇ ਨੂੰ ਖਤਮ ਕਰ ਦਿਓ। ਤੇ ਗੁਰੂ ਸਾਹਿਬ ਨੇ ਕੀ ਵਰਦਾਨ ਮੰਗਿਆ? ਦੇ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਨਾ ਹੂੰ ਨਾ ਲੋ। ਉਹ ਰਿੱਧੀਆਂ ਸਿੱਧੀਆਂ ਜਦੋਂ ਲੋਕ ਭਲਾਈ ਲਈ ਵਰਤੀਆਂ ਜਾਣ, ਉਹ ਪਰਮਾਤਮਾ ਦਾ ਕਾਰਜ ਹੈ। ਜਦੋਂ ਆਪਣੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਸ਼ਕਤੀਆਂ ਆਪਣੇ ਸਾਮਰਾਜ ਲਈ, ਆਪਣੀ ਬਿਹਤਰੀ ਲਈ, ਆਪਣੇ ਗੁਣਗਾਨ ਲਈ ਵਰਤੀਆਂ ਜਾਣ, ਤੇ ਉਹ ਫਿਰ ਨਾ ਤਾਂ ਗੁਰੂ ਗੋਬਿੰਦ ਸਿੰਘ ਨੇ ਐਕਸੈਪਟ ਕੀਤੀਆਂ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਨੇ ਐਕਸੈਪਟ ਕੀਤੀ। ਹੁਣ ਮੈਂ ਇੱਕ ਹੋਰ ਜ਼ਿਕਰ ਕਰਨਾ, ਹੁਣ ਉੱਥੇ ਭੌਤਿਕ ਸਰੀਰ ਨਹੀਂ ਹੈ। ਗੁਰੂ ਸਾਹਿਬ ਦੀ ਭਗਤੀ ਤੋਂ ਖੁਸ਼ ਹੋ ਕੇ ਉਹਨੂੰ ਕਹਿੰਦੇ ਗੋਡਸ ਕਾਲ ਟੂ ਗੁਰੂ ਗੋਬਿੰਦ ਸਿੰਘ ਔਨ ਹੇਮਕੁੰਡ ਸਾਹਿਬ। ਉਹ ਜੀ ਉਹ ਆਖੇ ਜੀ ਗੁਰੂ ਸਾਹਿਬ ਕਹਿੰਦੇ ਨੇ ਤਾਂ ਦੂਸਰੀ ਦੁਨੀਆ ਤੇ ਭਾਈ ਸਿੱਧ ਗੋਸ਼ਟ ਪੜ੍ਹ ਲਓ। ਸਿੱਧ ਗੋਸ਼ਟ ਕੀ ਸਵਾਲ ਕਰਦੇ ਨੇ ਗੁਰੂ ਸਾਹਿਬ ਨੂੰ? ਮਾਤ ਲੋਕ ਪੁੱਛਦੇ ਨੇ ਨਾ, ਤੇ ਸਵਰਗ ਲੋਕ, ਦੇਵ ਲੋਕ, ਫਰਕ ਤਾਂ ਹੈ ਨਾ। ਹੁਣ ਤੁਸੀਂ ਹਵਾਈ ਜਹਾਜ਼ ਨਾਲ ਜਾਂ ਜਿਸ ਤਰ੍ਹਾਂ ਮਰਜ਼ੀ ਰਸਤੇ ਬਣ ਕੇ ਚੱਲ ਗਏ, ਉਦੋਂ ਇਨਐਸੈਸੀਬਲ ਹਾਈਟ ਸਨ। ਤੇ ਉੱਥੇ ਗੁਰੂ ਸਾਹਿਬ ਨੇ ਤਪੱਸਿਆ ਸਾਧੀ। ਉੱਥੋਂ ਹੀ ਗੁਰੂ ਸਾਹਿਬ ਨੂੰ ਮਾਤ ਲੋਕ 'ਚ, ਫਿਰ ਗੁਰੂ ਸਾਹਿਬ ਨੂੰ ਬਚਿੱਤਰਨਾ 'ਚ ਕਹਿੰਦੇ ਵੀ ਮਾਤ ਲੋਕ 'ਚ ਆਉਣ ਦਾ ਹੁਕਮ ਹੋਇਆ। ਫਿਰ ਉਹ ਇੱਕ ਡਾਇਲੌਗ ਹੈ ਗੁਰੂ ਸਾਹਿਬ ਦਾ ਪਰਮਾਤਮਾ ਦੇ ਨਾਲ। ਸੇਮ ਡਾਇਲੌਗ ਗੁਰੂ ਨਾਨਕ ਦੇਵ ਜੀ ਦਾ ਭਾਈ ਨੰਦ ਲਾਲ ਜੀ ਵੀ ਦਿੰਦੇ ਨੇ, ਭਾਈ ਗੁਰਦਾਸ ਵੀ ਉਹਦਾ ਜ਼ਿਕਰ ਕਰਦੇ ਨੇ। ਤੇ ਉਹ ਜਿਹੜਾ ਮਾਤ ਲੋਕ 'ਚ ਆਉਣ ਦਾ ਡਾਇਲੌਗ ਹੈ ਹੇਮਕੁੰਡ ਸਾਹਿਬ, ਤੇ ਉਹਦਾ ਜ਼ਿਕਰ ਕਮ ਸੇ ਕਮ 10-12 ਜਿਹੜੇ ਸਰੋਤ ਨੇ ਉਹ ਕਰਦੇ ਨੇ। ਉਹਦਾ ਮੈਂ ਜ਼ਿਕਰ ਕਰਦਾ। ਕਵੀ ਸੈਨਾਪਤ ਗੁਰਸੋਭਾ 'ਚ ਦਿੰਦਾ, ਪਿਆਰ SSL ਨੇ ਦਿੱਤਾ ਸੀ 1925 'ਚ, 1711 'ਚ ਦਿੱਤਾ। ਕੌਰ ਸਿੰਘ ਗੁਰਬਿਲਾਸ ਪਾਤਸ਼ਾਹੀ 10ਵੀਂ ਨੇ ਦਿੱਤਾ 1751 'ਚ। ਸੁੱਖਾ ਸਿੰਘ ਗੁਰਬਿਲਾਸ ਪਾਤਸ਼ਾਹੀ 10ਵੀਂ ਨੇ 1797 'ਚ। ਸਰੂਪਦਾਸ ਭੱਲਾ ਮਹਿਮਾ ਪ੍ਰਕਾਸ਼ 1767 'ਚ। ਕਵੀ ਸੰਤੋਖ ਸੂਰਜ ਪ੍ਰਕਾਸ਼ 1843 'ਚ। ਬਾਬਾ ਸੁਮੇਰ ਸਿੰਘ, ਸ੍ਰੀ ਗੁਰੂ ਪ੍ਰੇਮ ਪਦ ਪ੍ਰਕਾਸ਼ 1825 'ਚ। ਗਿਆਨੀ ਗਿਆਨ ਸਿੰਘ ਗੁਰਤੀਰਥ ਸੰਗ੍ਰਹਿ, ਭਾਈ ਵੀਰ ਸਿੰਘ ਕਲਗੀਧਰ ਚਮਤਕਾਰ, ਵੀਰ ਸਿੰਘ ਬਲ ਸਿੰਘ ਸਾਗਰ 1827। ਇਹ ਉਸ ਮਾਤ ਲੋਕ ਚਾਂਦ ਦੇ ਪ੍ਰਯੋਜਨ ਦੀ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਥਾ 'ਚ ਕਰ ਰਹੇ ਨੇ, ਉਹਦਾ ਜ਼ਿਕਰ ਇਹ ਰਾਈਟਰ ਕਰ ਰਹੇ ਨੇ, ਨਾ ਕਿ RSS ਕਰ ਰਹੀ ਹੈ ਜਿਹੜੀ 1925 'ਚ ਬਣੀ ਸੀ। ਨਾ ਉਹਨਾਂ ਨੂੰ ਇਹ ਭਾਸ਼ਾ ਆਵੇ ਅਤੇ ਨਾ ਹੀ ਉਹਨਾਂ ਨੂੰ ਪੰਜਾਬੀ ਆਵੇ। ਠੀਕ। ਹੁਣ ਉਸ ਵਿੱਚ ਇਹਨਾਂ ਨੇ ਇੱਕ ਹੋਰ ਜਿਹੜੀ ਟੁੱਚਰ ਡਾਈ, ਉਹ ਕਹੀ ਕਿ ਗੁਰੂ ਸਾਹਿਬ ਨੇ ਕਿਹਾ ਜੀ ਮਹਾਕਾਲ ਕਾਰ ਕਾ ਰਾਧੀ, ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਜਦ ਕਿ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਸ਼ਿਵ ਸਹਿਸਰਨਾਮਾ, ਮਹਾਭਾਰਤ, ਅਮਰਕੋਸ਼, ਕਿਤੇ ਵੀ ਸ਼ਿਵ ਜੀ ਨੂੰ ਮਹਾਕਾਲ ਦਾ ਐਟਰੀਬਿਊਟ ਨਹੀਂ ਦਿੱਤਾ ਗਿਆ। ਇਹ ਸਾਰੀਆਂ ਰਚਨਾਵਾਂ ਮੈਂ ਉਦੋਂ ਦੇ ਜਿਹੜੇ ਦਸਮ ਗ੍ਰੰਥ ਸਾਹਿਬ ਦੀ ਰਚਨਾ ਤੋਂ ਪਹਿਲਾਂ ਦੀਆਂ,
ਤੇ ਗੁਰੂ ਸਾਹਿਬ ਤ੍ਰਿਆ ਚਿੱਤਰ ਪੱਖਿਆਂ 'ਚ ਇਸ ਮਹਾਕਾਲ ਦੀ ਵਿਆਖਿਆ ਵੀ ਕਰ ਦਿੰਦੇ ਨੇ। ਏਕੇ ਮਹਾਕਾਲ ਮਹਾਮਾਨ ਮਹਾਰੁਦਰ ਕੋ ਨਾ ਪਹਿਚਾਨ। ਫਿਰ ਗੁਰੂ ਸਾਹਿਬ ਕੀ ਕਹਿ ਰਹੇ ਨੇ, ਮਤਲਬ ਕਿ ਫਿਰ ਕਾਵ ਨੂੰ ਜ਼ਿਆਦਾ ਜਾਣ ਕੇ ਸਮਝਣਾ ਨਹੀਂ ਚਾਹੀਦਾ ਆਪਾਂ ਨੂੰ, ਜਾਂ ਸਮਝ ਨਹੀਂ ਰਹੇ। ਚੁਭੀ ਰਹੀ ਚਿਤ ਪ੍ਰਭ ਚਰਨਨ ਮੇਂ। ਪ੍ਰਭ ਕੌਣ ਹੈ ਜੀ? ਮਹਾਕਾਲ ਹੈ। ਫਿਰ ਇਸ ਮਹਾਕਾਲ ਨੂੰ ਭਾਈ ਗੁਰਦਾਸ ਗੁਰੂ ਨਾਨਕ ਦੇਵ ਜੀ ਦੀ ਸਾਖੀ 'ਚ ਵੀ ਡਿਸਕਸ ਕਰ ਰਹੇ ਨੇ ਵੀ ਸਾਡਾ ਮਹਾਕਾਲ ਸਰਵ ਸ਼ਕਤੀਮਾਨ ਅਕਾਲ ਪੁਰਖ ਹੈ। ਮਹਾਕਾਲ ਕੀ? ਜਿਹੜਾ ਖੁਦ ਕਾਲ ਵਾਸ ਹੈ ਉਹ ਮਹਾਕਾਲ ਕਿਵੇਂ ਹੋ ਗਿਆ? ਜਿਹੜਾ ਖੁਦ ਪੈਰਿਸ਼ੇਬਲ ਹੈ ਉਹ ਮਹਾਕਾਲ ਕਿਵੇਂ ਹੋ ਗਿਆ? ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ? ਚੁਭੀ ਰਹੀ ਚਿਤ ਪ੍ਰਭ ਚਰਨ ਨੇ। ਫਿਰ ਕਹਿੰਦੇ ਨੇ ਦ્વੈ ਸੇ ਏਕ ਹੋ ਗਏ। ਦੋ ਕੌਣ ਸਨ? ਗੁਰੂ ਸਾਹਿਬ ਤੇ ਪ੍ਰਭ। ਇੱਥੇ ਕੌਣ ਹੈ? ਤਿੰਨ, ਗੁਰੂ ਸਾਹਿਬ, ਪ੍ਰਭ, ਮਹਾਕਾਲ ਤੇ ਕਾਲਕਾ। ਜਦੋਂ ਕਾਵ ਰਚਨਾ ਪੜ੍ਹਨੀ ਨਾ ਆਵੇ, ਜਾਂ ਆਪਾਂ ਪੜ੍ਹਨੀ ਜਾਣਦੇ ਨਹੀਂ, ਜਾਂ ਜਾਣ ਬੁੱਝ ਕੇ ਕਿਸੇ ਲਾਲਚ ਵਸ ਉਹ ਇੱਕ ਕਹਾਵਤ ਆ, ਮੁੱਠੀ ਗਰਮ ਤੇ ਪਹਿਲਵਾਨ ਨਰਮ, ਤੇ ਜਿਹੋ ਜਿਹਾ ਮਰਜ਼ੀ ਲਿਖਾ ਲਓ। ਉਹ ਮਹਾਕਾਲ ਦੀ ਆਰਾਧਨਾ ਕੀਤੀ। ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਡਾਕਟਰ ਅਨਿਲ ਚੰਦਰ ਬੈਨਰਜੀ ਬੜੀਆਂ ਅੱਛੀਆਂ ਕਿਤਾਬਾਂ ਉਹਨਾਂ ਸਿੱਖੀਜ਼ਮ 'ਤੇ ਲਿਖੀਆਂ, ਕੌਨਸਟੀਟਿਊਸ਼ਨਲ ਐਕਸਪਰਟ ਸਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਰੈਗੂਲਰਲੀ ਆਉਂਦੇ ਸੀ। ਉਹਨਾਂ ਦੀ ਤੁਸੀਂ ਦੇਖੋ, ਉਹਨਾਂ ਨੇ ਕਿਹਾ ਕਿ ਵੀ ਜੇ ਉੱਥੇ ਮਹਾਕਾਲ ਕਾਲਕਾ ਆਉਂਦੀ ਤੇ ਦ્વੈ ਸੇ ਏਕ ਨਾ ਹੁੰਦੇ। ਇਹ ਕਾਵ ਰਚਨਾ ਹੀ ਨਹੀਂ ਸਮਝ ਆਉਂਦੀ। ਇੱਕ ਬੰਗਾਲੀ ਨੂੰ ਸਮਝ ਲੱਗ ਗਈ, ਜਿਹੜੇ ਸ਼ਕਤੀ ਦੇ ਪੁਜਾਰੀ ਨੇ। ਫਿਰ ਭਗੌਤੀ, ਕਾਲ ਤੂੰ ਹੀ ਕਾਲੀ ਤੂੰ ਹੀ। ਕੌਣ ਕੀ ਹੈ ਭਗੌਤੀ? ਫਿਰ ਉਹ ਭਗੌਤੀ ਉਹ ਕਾਲੀ ਹੋ ਗਈ, ਦੁਰਗਾ ਹੋ ਗਈ। ਜਿਹੜਾ ਗੁਰੂ ਵਿਸ਼ਨੂੰ ਨੂੰ ਨਹੀਂ ਮੰਨਦਾ, ਉਹ ਵਿਸ਼ਨੂੰ ਦੇ ਅਵਤਾਰਾਂ ਨੂੰ ਕਿਵੇਂ ਮੰਨੇਗਾ? ਪੜ੍ਹੋ ਦਸਮ ਗ੍ਰੰਥੀ, ਪੜ੍ਹ ਲਓ ਨਾ। ਕਿਸਨ ਬਿਸ਼ਨ ਕਬੂ ਨਾ ਧਿਆਉ। ਕਿ ਇਹ ਪ੍ਰਚਾਰ ਕਰਨ ਲਈ ਪਹਿਲਾਂ ਨਾ ਦਿਮਾਗ ਲਾਉਣਾ ਪੈਂਦਾ, ਜੇ ਝੂਠਾ ਵੀ ਕਰਨਾ ਹੈ, ਕਿਉਂਕਿ ਵੀ ਕਿਹੜੀ ਚੀਜ਼ ਹੈ ਜਿਹੜੀ ਮੇਰੀ ਗੱਲ ਗਲਤ ਸਾਬਤ ਹੋ ਸਕਦੀ ਹੈ। ਹੁਣ ਉਹ ਤਾਂ ਹੈ ਨਹੀਂ, ਲਿਖੀਆਂ ਲਿਖਾਈਆਂ ਚੀਜ਼ਾਂ ਮਿਲੀਆਂ ਹੋਈਆਂ, ਫਿਰ ਮੁਖਬੰਦ ਵੀ ਲਿਖੇ ਲਿਖਾਏ ਨੇ, ਅਤੇ ਫਿਰ ਆਪਾਂ ਕੀ ਕਰਾਂਗੇ? ਇੱਥੇ 2000 ਸੰਨ 'ਚ ਕਿ 1999 'ਚ ਚੰਡੀਗੜ੍ਹ ਬੈਠੇ ਸੀ ਇਹ ਵਰਲਡ ਸਿੱਖ ਕੌਂਸਲ ਦੇ ਨਾਲ, ਗੋਲ ਮੇਜ਼ ਕਾਨਫਰੰਸ ਕਰ ਰਹੇ ਜੀ। ਅਤੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਲਿਖਦੇ ਨੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਤੋਂ 150 ਸਾਲ ਬਾਅਦ ਤਿਆਰ ਹੋਇਆ। ਤੂੰ ਅੰਮ੍ਰਿਤ ਕਿੱਥੋਂ ਛਕਿਆ? ਸਿੰਘ ਸਾਹਿਬ ਬਣ ਗਿਆ, ਲੋਕਾਂ ਨੂੰ ਅੰਮ੍ਰਿਤ ਕਿਵੇਂ ਛਕਾਇਆ? ਇਹ ਸਾਡੀ ਬਿਰਤੀ ਸੀ। ਕਿਉਂ? ਕਿਉਂਕਿ ਪੈਟਰੋਲ ਪੰਪ ਲਿਆ ਸਰਕਾਰ ਤੋਂ, ਇੱਕ ਰਿਵਾਲਵਰ ਲਈ, ਗੈਸ ਏਜੰਸੀ ਲਈ, ਸ਼ਰਾਬ ਦਾ ਠੇਕਾ ਲਿਆ। ਜਦ ਬਿਰਤੀ ਇੱਥੋਂ ਤੱਕ ਹੈ, ਫਿਰ ਉਹ ਗੁਰੂ ਦੇ ਜਿਹੜਾ ਮਾਨ ਸਰੋਵਰ ਹੈ ਉਹਨਾਂ 'ਚ ਇਹਨਾਂ ਦੀ ਥਾਂ ਕਿੱਥੇ ਆ ਜਾਏਗੀ? ਕਊਆਂ ਦੀ ਥਾਂ ਨਹੀਂ ਉੱਥੇ ਹੈਗੀ। ਉੱਥੇ ਹੰਸ ਬਣ ਕੇ ਵੀ ਆ ਜਾਣ, ਉਹ ਮੋਤੀ ਨਹੀਂ ਚੁਗਦੇ। ਫਿਰ ਉਹ ਫਿਰ ਗੰਦ ਹੀ ਚੁਗਦੇ ਨੇ, ਅਤੇ ਗੰਦ ਚੁਗਣ ਦਿਓ, ਸਾਡਾ ਕੀ ਗਿਆ? ਮਹਾਕਾਲ ਨੂੰ ਸ਼ਿਵ ਬਣਾ ਦਿਓ, ਕਾਲਕਾ ਨੂੰ ਦੁਰਗਾ ਬਣਾ ਦਿਓ, ਅਤੇ ਉਹਦੀ ਜਿਹੜੀ ਭਾਵ ਹੈ ਉਹਨੂੰ ਦ્વੈ ਸੇ ਏਕ ਹੋ ਗਿਆ। ਦੱਸੋ ਵੀ ਕਿਵੇਂ ਹੋਇਆ? ਕਿ ਗੁਰੂ ਤਾਂ ਜਿਹੜਾ ਲਿਵਲੀਨ ਅਵਸਥਾ 'ਚ ਹੈਗਾ, ਪ੍ਰਭ ਚਰਨਾਂ ਦੇ ਵਿੱਚ ਲਿਵਲੀਨ ਹੈ, ਅਤੇ ਪ੍ਰਭੂ ਹੀ ਉਹਦੇ ਨਾਲ ਡਾਇਲੌਗ ਕਰ ਰਿਹਾ। ਅਕਾਲ ਪੁਰਖ ਬਾਚ ਅੱਗੇ ਹੈ, ਅੱਗੇ ਵੀ ਪੜ੍ਹੋ ਨਾ, ਅਕਾਲ ਪੁਰਖ ਬਾਚ। ਫਿਰ ਉਹ ਹੈਗਾ ਬੱਬਾ ਯੂਜ਼ ਹੋਇਆ, ਵਾਚ ਨਹੀਂ ਲਫ਼ਜ਼। ਕਵੀ ਨਹੀਂ ਕਬ ਵਾਚ। ਫਿਰ ਇੱਥੇ ਸਿਹਾਰੀ ਲੱਗੀ ਹੈ, ਬਿਹਾਰੀ ਨਹੀਂ ਲੱਗੀ, ਜਿਹੜੇ ਉਹ ਤੇਰੀ ਭਗਤੀ ਭੰਡਾਰ ਪੜ੍ਹੀ ਜਾਂਦੇ ਸੀ। ਫਿਰ ਹੁਣ ਇਹ ਤਾਂ ਉਹਨਾਂ ਦੀ ਮੈਂ ਦੱਸਦਾ ਵੀ ਜਿਹੜੀ ਉੱਥੇ ਹੇਮਕੁੰਟ ਸਾਹਿਬ 'ਤੇ ਗੁਰੂ ਸਾਹਿਬ ਨੂੰ ਜਿਹੜਾ ਰੱਬੀ ਗਿਆਨ ਹੋਇਆ, ਜਿਹੜਾ ਉਹਨਾਂ ਨੂੰ ਕਾਲ ਆਈ ਵੀ ਮਾਤ ਲੋਕ ਜਾਣਾ ਹੈ, ਅਤੇ ਗੁਰੂ ਸਾਹਿਬ ਨੂੰ ਅਸ਼ੋਰੈਂਸ ਮਿਲਦੀ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਅਸ਼ੋਰੈਂਸ ਮਿਲਦੀ ਹੈ ਗੰਜਨਾਮਾ 'ਚ ਵੀ
ਮੈਂ ਤੇਰੇ ਨਾਲ ਆ, ਮੇਰੀ ਸ਼ਕਤੀਆਂ ਤੇਰੀਆਂ ਸ਼ਕਤੀਆਂ ਨੇ, ਤਾਂ ਤੂੰ ਉਹ ਕਹਿੰਦੇ ਮੈਂ ਕੀ ਇਹ ਮੈਂ ਕੰਮ ਕਰ ਸਕਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ, ਅਤੇ ਅਕਾਲ ਪੁਰਖ ਐਸ਼ੋਰੈਂਸ ਦਿੰਦਾ, ਮੇਰੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਨਾਲ ਹੈ। ਅਤੇ ਉਹ ਸ਼ਕਤੀਆਂ ਦਾ ਸਾਡੇ ਗੁਰੂਆਂ ਨੇ ਦੁਰਉਪਯੋਗ ਨਹੀਂ ਕੀਤਾ, ਉਹ ਸਰਬੱਤ ਦੇ ਭਲੇ ਲਈ ਯੂਜ਼ ਹੋਈਆਂ। ਗੁਰੂ ਗੋਬਿੰਦ ਸਿੰਘ ਨੇ ਸ਼ਿਵਾਜੀ ਨਾਲੋਂ ਜ਼ਿਆਦਾ ਬੈਟਲਸ ਲੜੀਆਂ, ਜਿੱਤੀਆਂ, ਪਰ ਕਿਸੇ ਦੀ ਧਰਤੀ 'ਤੇ 1 ਇੰਚ ਵੀ ਨਹੀਂ ਕਬਜ਼ਾ ਕੀਤਾ। ਅੱਜ ਤੱਕ ਕਬਜ਼ੇ ਦੀ ਰਾਜਨੀਤੀ ਚੱਲ ਰਹੀ ਹੈ ਨਾ। ਲੜਾਈ ਕਿਸ ਲਈ ਲੜੀ ਜਾਂਦੀ ਹੈ? ਕਬਜ਼ੇ ਲਈ, ਸਾਮਰਾਜ ਨੂੰ ਵਧਾਉਣ ਲਈ। ਅਤੇ ਗੁਰੂ ਨੇ ਤਾਂ ਆਪਣੇ ਸਾਮਰਾਜ 'ਤੇ ਨਹੀਂ ਵਧਾਇਆ, ਉਹਨਾਂ ਨੇ ਤਾਂ ਆਪਣਾ ਅਨੰਦਪੁਰ ਸਾਹਿਬ ਰੱਖਿਆ। ਅਤੇ ਇਹ ਧਿਆਨ ਰੱਖਿਓ, ਜਿੰਨੇ ਵੀ ਗੁਰੂ ਸਾਹਿਬਾਂ ਨੇ ਸ਼ਹਿਰ ਵਸਾਏ ਨੇ ਨਾ, ਉਹਨਾਂ 'ਤੇ ਕੋਈ ਟੈਕਸ ਨਹੀਂ ਹੈ, ਟੈਕਸ ਫਰੀ ਹੈ। ਇਸ ਲਈ ਇਸ ਨੂੰ ਸਟੇਟ ਵਿਦਨ ਸਟੇਟ ਕਿਹਾ ਜਾਂਦਾ ਸੀ। ਪਹਾੜੀ ਰਾਜੇ ਦਿੰਦੇ ਸੀ ਟੈਕਸ, ਗੁਰੂ ਸਾਹਿਬ ਨਹੀਂ ਦਿੰਦੇ ਸੀ। ਹੁਣ ਅੱਗੇ ਆ ਜਾਂਦੇ ਆ, ਆਪਣੀ ਕਥਾ ਗੁਰੂ ਸਾਹਿਬ ਜਦੋਂ ਲਿਖ ਰਹੇ ਨੇ, ਉਹਦਾ ਇੱਕ ਵਿਧਾਨ ਹੈ ਲਿਖਣ ਦਾ। ਔਰ ਮੈਂ ਦੱਸਦਾ ਕਿ ਇਹ ਭਾਰਤੀ ਇਤਿਹਾਸ ਦੇ ਵਿੱਚ, ਭਾਰਤ ਦੇ ਇਤਿਹਾਸ 'ਚ ਇਹ ਦੂਸਰੀ ਆਪਣੀ ਕਥਾ, ਅਤੇ ਇਸ ਦਾ ਇੱਕ ਵਿਧਾਨ ਉਹਨਾਂ ਨੇ ਦਿੱਤਾ ਆਪਣੇ ਲਿਖਣ ਦਾ। ਜਿਹੜੀ ਹੈ ਉਹ ਕਹਿੰਦੇ ਨੇ ਕਿ ਇਹ 8ਵੀਂ ਸਦੀ ਦਾ ਇੱਕ ਧਾਰਮਿਕ ਗ੍ਰੰਥ ਹੈ ਵੀ ਜਦੋਂ ਆਪਣੀ ਕਥਾ ਲਿਖਣੀ ਹੈ, ਉਹ 'ਚ ਕਵੀ ਪਹਿਲਾਂ ਆਪਣੀ ਵੰਸ਼ ਦੀ ਗੱਲ ਕਰੇਗਾ, ਲਾਈਨੇਜ ਦੀ, ਫਿਰ ਆਪਣੇ ਪਰਿਵਾਰ ਦੀ ਗੱਲ ਕਰੇਗਾ। ਉਹ ਫਿਰ ਉੱਥੇ ਆ ਗਿਆ ਨਾ, ਲਵ ਕੁਸ਼ ਦੀ ਮੈਂ ਕਰਦਾ, ਉਹ ਲਾਈਨੇਜ ਤਾਂ ਠੀਕ ਹੈ, ਪਰ ਜਿੱਥੇ ਆ ਕੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਘਰ ਹੀ ਪੈਦਾ ਹੋਏ ਨਾ, ਵੇਦੀ ਸਨ ਨਾ, ਵੇਦੀ ਤੋਂ ਬੇਦੀ ਬੱਬੇ ਨਾਲ ਆਪਾਂ ਲਾਉਂਦੇ ਹਾਂ, ਵੇਦਾਂ ਦੇ ਗਿਆਤਾ ਸਨ, ਅਤੇ ਗੁਰੂ ਸਾਹਿਬ ਉਹਦੀ ਲਾਈਨੇਜ ਦੇ ਰਹੇ ਨੇ। ਫਿਰ ਗੁਰੂ ਰਾਮਦਾਸ ਤੋਂ ਸ਼ੁਰੂ ਹੁੰਦੀ, ਉਹਦੀ ਲਾਈਨੇਜ ਦੀ ਭੱਟਾਂ ਦੇ ਵਿੱਚ ਜ਼ਿਕਰ ਆਉਂਦਾ, ਭੱਟਾਂ ਦੇ ਸੂਈਆਂ 'ਚ ਆਉਂਦਾ। ਪਰ ਜਦੋਂ ਗੁਰੂ ਸਾਹਿਬ ਨੇ ਆਪਣਾ ਰਾਹ ਅਲੱਗ ਕਰ ਲਿਆ, ਨਾਨਕ ਨਿਰਮਲ ਪੰਥ ਚਲਾਇਆ, ਉਦੋਂ ਕੀ ਹੈ, ਪੰਥ ਅਲੱਗ ਹੋ ਗਿਆ। ਪਰ ਉਹਨੇ ਸਾਂਝ ਰੱਖੀ ਸਾਰਿਆਂ ਨਾਲ, ਉਹ ਇੱਕ ਨਾਲ, ਵੀ ਜਿਹੜਾ ਵੀ ਜਗਿਆਸੂ ਮੇਰੀ ਧਰਮਸਾਲ ਦੇ ਵਿੱਚ ਸਰਵ ਸ਼ਕਤੀਮਾਨ ਪਰਮਾਤਮਾ ਦੀ ਆਰਾਧਨਾ ਕਰਨਾ ਚਾਹੁੰਦਾ, ਉਹ ਬਿਨਾਂ ਝਿਜਕ ਇੱਥੇ ਆ ਸਕਦਾ। ਇਹਨੂੰ ਓਕੂਮੈਨਿਕਲਿਜ਼ਮ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਹੁਣ ਕੀ ਗੁਰੂ ਸਾਹਿਬ ਨੇ ਆਪਣੀ ਪਹਿਲਾਂ ਉਸ ਵਿਧਾਨ ਦੇ ਅੰਦਰ ਲਿਖੀ ਕਿ ਨਹੀਂ? ਉਹਨੇ ਲਿਖੀ। ਇੱਕ ਇਹਦੇ ਵਿੱਚ ਆਉਂਦੀ ਕਥਾ, ਉਹ ਪੁਰਾਤਨ ਗ੍ਰੰਥਾਂ ਜਾਂਦੇ ਕਥਾ ਜਿਹੜੀ ਆ ਉਹ 3rd ਪਰਸਨ ਕਾਊਂਟ ਹੋਣਾ ਚਾਹੀਦਾ, ਉੱਤਮ ਕਥਾ, ਉੱਤਮ ਪੁਰਖ 'ਚ, ਅੰਨਿਆ ਪੁਰਖ ਸਾਰੀ। ਅਤੇ ਜਿਹੜੀ ਆਖਿਆਂਕ ਹੈ ਉਹ ਜਿਹੜੀ ਆ 1st ਪਰਸਨ ਕਾਊਂਟ 'ਚ ਹੋਣੀ ਚਾਹੀਦੀ। ਪਰ ਜਿਹੜੇ ਇਤਿਹਾਸਕਾਰ ਹੋਏ ਨੇ ਉਹਨਾਂ ਨੇ ਕਿਹਾ ਨਾ, ਕਿਉਂਕਿ ਕਥਾ 'ਚ ਹੁੰਦੀ ਮਿਲਾਵਟ, ਕਥਾ ਦੇ ਵਿੱਚ ਪਿਓਰ ਇਤਿਹਾਸ ਨਹੀਂ ਹੁੰਦਾ, ਠੀਕ ਹੈ। ਉਸ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਬਿਆਨ ਕਰ ਸਕਦੇ ਹੋ। ਆਖਿਆਂਕਾ ਜਿਹਦੇ 'ਚੋਂ ਤ੍ਰਿਆ ਚਤੁਰਪਾਖਿਆਨ ਵੀ ਹੈ, ਉਹ ਤੁਸੀਂ 3rd ਪਰਸਨ ਕਾਊਂਟ 'ਚ ਦਿਓਗੇ। ਉਲਟ ਕਰਤਾ, ਜਿਹੜਾ ਪੁਰਾਤਨ ਜਿਹੜਾ ਸੀ ਨਾ ਸਿਸਟਮ, ਉਹਨੂੰ ਉਲਟ ਕਰਤਾ। ਅਤੇ ਗੁਰੂ ਸਾਹਿਬ ਨੇ ਆਪਣੀ ਕਥਾ ਜਿਹੜੀ ਆ ਪਿਓਰ ਇਤਿਹਾਸ ਲਿਖਿਆ। ਫਿਰ ਤਰੀਕਾਂ ਵੀ ਦਿੱਤੀਆਂ ਹੋਈਆਂ ਨੇ, ਅਤੇ ਫਿਰ ਉਸ ਨੂੰ ਇਤਿਹਾਸ ਨੂੰ ਦਿੰਦੇ ਦਿੰਦੇ ਸਾਨੂੰ ਇਹ ਬਚਿੱਤਰ ਨਾਟਕ ਤੋਂ ਹੀ ਪਤਾ ਲੱਗਦਾ ਨਾ ਕਿ ਗੁਰੂ ਸਾਹਿਬ ਪਾਉਂਟਾ ਸਾਹਿਬ ਗਏ, ਗੁਰੂ ਸਾਹਿਬ ਨੇ ਉੱਥੇ ਸ਼ਿਕਾਰ ਖੇਡਿਆ। ਅੱਜ ਗੁਰਦੁਆਰਾ ਸ਼ਿਕਾਰਗਾਹ ਉੱਥੇ ਹੈ ਕਿ ਨਹੀਂ? ਫਿਰ ਆਪਾਂ ਜਾਂਦੇ ਨਹੀਂ, ਭੰਗਾਣੀ ਦਾ ਯੁੱਧ ਹੋਇਆ। ਭੰਗਾਣੀ ਦਾ ਯੁੱਧ ਭੰਗਾਣੀ ਸਾਹਿਬ ਨਹੀਂ ਸੀ। ਭੰਗਾਣੀ ਸਾਹਿਬ ਇੱਕ ਪਿੰਡ ਹੈ, ਉਸ ਪਿੰਡ ਦੇ ਅੱਗੇ 1 ਕਿਲੋਮੀਟਰ ਬਾਹਰ ਆ ਕੇ ਉੱਥੇ ਗੁਰੂ ਸਾਹਿਬ ਨੇ ਆਪਣੀ ਆਰਮੀ 'ਤੇ ਉਹ ਰੱਖੇ ਆ, ਹਥਿਆਰ ਰੱਖੇ ਨੇ। 1 ਕਿਲੋਮੀਟਰ ਬਾਹਰ ਆ ਕੇ ਜਿਹੜਾ ਤੀਰਗੜੀ ਸਾਹਿਬ ਹੈ ਉਹ, ਅਤੇ ਇੱਕ ਹੁਣ ਨਵਾਂ ਲੱਭਿਆ ਰਣਥੰਭੌਰ, ਜਿੱਥੇ ਗੁਰੂ ਸਾਹਿਬ ਨੇ ਆਪਣਾ ਕਿੱਲਾ ਗੱਡਦਾ ਵੀ ਇੱਦੋਂ ਪਿੱਛੇ ਨਹੀਂ ਹਟਣਾ। ਅਤੇ ਹੇਠਾਂ ਜਮਨਾ ਨਦੀ ਕੰਢੀ ਨਹੀਂ ਹੈ, ਇੱਕ ਜਮਨਾ ਨਦੀ ਹੈ, ਇੱਕ ਗਿਰੀ ਦਰਿਆ ਆਉਂਦਾ ਪਿੱਛੋਂ, ਉਹ ਰੇਣੂਕਾ ਸਾਈਡ ਦਦਾਹੂ ਤੋਂ, ਹਿਮਾਚਲ 'ਚੋਂ ਮੈਂ ਦੇਖੀ ਆ ਇਲਾਕਾ।
ਉਹ ਦਰਿਆ ਦਾ ਇਹ ਜਿੱਥੇ ਦੋ ਦਰਿਆ ਮਿਲਦੇ ਸੀ, ਉੱਥੇ ਜਾ ਕੇ ਇਹ ਉਸ ਦੇ ਪਤਨ ਦੇ ਉੱਤੇ ਲੜਾਈ ਹੋਈ। ਅਤੇ ਜਦੋਂ ਮੈਂ ਉੱਤੋਂ ਦੇਖਿਆ ਅਤੇ ਹੇਠਾਂ ਸਮਾਧਾਂ ਵੀ ਦੇਖੀਆਂ, ਉਹ ਔਰਤਾਂ ਦੀਆਂ ਜਿਨ੍ਹਾਂ ਨੇ ਨਾਲ ਸਤੀ ਹੋਈਆਂ, ਅਤੇ ਉਸ ਅਸਥਾਨ ਦੇ ਉੱਤੇ ਇਹ ਭੰਗਾਣੀ ਦੀ ਲੜਾਈ ਹੋਈ। ਫਿਰ ਗੁਰੂ ਸਾਹਿਬ ਤੁਸੀਂ ਇਹ ਦੇਖੋ, ਜਿਹੜਾ ਪਾਉਂਟਾ ਸਾਹਿਬ ਦਾ ਗੁਰਦੁਆਰਾ ਉਹਦੇ ਬਿਲਕੁਲ ਸਾਹਮਣੇ ਪਹਾੜੀ ਦੇ ਉੱਤੇ ਪੀਰ ਬੁੱਧੂ ਸ਼ਾਹ ਦੇ ਭਰਾ ਦੀ ਸਮਾਧ ਹੈ, ਭੂਰੇ ਸ਼ਾਹ। ਔਰ ਹੈਰਾਨੀ ਵਾਲੀ ਗੱਲ ਹੈ ਕਿ ਪੀਰ ਬੁੱਧੂ ਸ਼ਾਹ ਦੇ ਉੱਤੇ 2-3 ਕਿਤਾਬਾਂ ਮੇਰੇ ਕੋਲ ਪਈਆਂ, ਭੂਰੇ ਸ਼ਾਹ ਦਾ ਜ਼ਿਕਰ ਨਹੀਂ ਆ ਰਿਹਾ ਕਿਤੇ। 250 ਪੌੜੀਆਂ ਬਣਾਤੀਆਂ ਹੁਣ ਤਾਂ ਉੱਤੇ ਚੜ੍ਹਨ ਲਈ। ਅਤੇ ਮੈਂ ਬੱਚਿਆਂ ਨੂੰ ਲੈ ਕੇ ਗਿਆ, ਉਹ ਮੈਨੂੰ ਪੁੱਛਣ ਕਿ ਗੁਰੂ ਸਾਹਿਬ ਕਿਵੇਂ ਚਲੇ ਗਏ ਉੱਤੇ, ਬੰਦੇ ਨੂੰ ਲਿਜਾ ਕੇ ਉੱਤੇ ਦਫਨਾ ਕੇ ਆ ਰਹੇ ਨੇ। ਅਤੇ ਸ਼ਾਮ ਨੂੰ ਜਦੋਂ ਪਾਉਂਟਾ ਸਾਹਿਬ ਆਰਤੀ ਹੁੰਦੀ ਸੀ, ਜਿਹੜੀ ਸ਼ਾਮ ਨੂੰ ਅਸੀਂ ਕੱਢਦੇ ਹਾਂ, ਅਤੇ ਉਹਦੇ 'ਚ ਕੁਛ ਮਿੰਟ ਲਈ ਚੁੱਪ ਕਰਕੇ ਸਤਿਕਾਰ ਵਜੋਂ ਜਮਨਾ ਗੇ, ਅਤੇ ਉਹ ਜਿਹੜਾ ਸ਼ਹੀਦ ਹੋਇਆ ਗੁਰੂ ਲਈ, ਉਸ ਨੂੰ ਨਮਸਕਾਰ ਕੀਤੀ ਜਾਂਦੀ ਸੀ। ਅਤੇ ਬਾਕੀ ਜਿਹੜੇ ਸ਼ਹੀਦ ਹੋਏ ਉਹ ਉੱਥੇ ਪਾਉਂਟਾ ਸਾਹਿਬ ਲਿਆ ਕੇ ਸੰਸਕਾਰ ਕੀਤਾ ਗਿਆ। ਕੁਝ ਸਮਾਧਾਂ ਵੀ ਹੈਗੀਆਂ, ਜਦੋਂ ਆਪਾਂ ਸਾਈਡ ਦੇ ਗੇਟ ਤੋਂ ਵੜੀਏ ਸਾਡੇ 2-3 ਸਮਾਧਾਂ ਨਜ਼ਰ ਆਉਂਦੀਆਂ ਨੇ ਕਿ ਗੁਰੂ ਸਾਹਿਬ ਨੇ ਔਨਰੇਬਲ ਜਿਹੜੀ ਬਰੀਅਲ ਦੇਣਾ, ਸੰਸਕਾਰ ਜਿਹੜਾ ਦੇਣਾ, ਉਸ ਦੀ ਧਰਮ ਦੇ ਮੁਤਾਬਕ ਦੇਣਾ। ਇਹ ਸਾਨੂੰ ਕਿੱਥੋਂ ਪਤਾ ਲੱਗਦਾ? ਬਚਿੱਤਰ ਨਾਟਕ ਤੋਂ। ਮਤਲਬ ਕਿ ਅਸੀਂ ਆਪਣਾ ਇਸ ਨੂੰ ਗੁਰੂ ਸਾਹਿਬ ਅਸੀਂ ਇਸ ਤੋਂ ਨਮੁੱਕਰ ਹੋ ਕੇ, ਬੇਮੁਖ ਹੋ ਕੇ, ਆਪਣੇ ਇਤਿਹਾਸ ਤੋਂ ਵੀ ਬੇਮੁਖ ਹੋਣਾ ਚਾਹੁੰਦੇ ਹਾਂ। ਜਿੰਨੀਆਂ ਡਿਟੇਲਸ ਭੰਗਾਣੀ ਦੀ ਯੁੱਧ ਦੀਆਂ, ਹੁਸੈਨੀ, ਜਿੰਨੀਆਂ ਪ੍ਰੀ ਖਾਲਸਾ ਪੀਰੀਅਡ ਜਿਹੜੀਆਂ ਬੈਟਲਸ ਨੇ ਉਹਦੇ, ਹੁਣ ਦੇਖੋ ਨਾ, ਹਰਜਿੰਦਰ ਸਿੰਘ ਦਲੀਰ 1990 'ਚ ਲਿਖ ਰਿਹਾ ਸਿੱਖ ਰੈਫਰੈਂਸ ਬੁੱਕ, ਉਹ 'ਚ ਲਿਖ ਰਿਹਾ ਬਚਿੱਤਰ ਨਾਟਕ one of the most important composition of Guru Gobind Singh, which give authentic account of the pre-Khalsa period battles। ਪਰ ਜਦੋਂ ਇਹ ਮਿਸ਼ਨਰੀਆਂ ਲਈ ਲਿਖ ਰਿਹਾ, ਬਚਿੱਤਰ ਨਾਟਕ ਨੂੰ ਕਹਿੰਦਾ ਭਿਅੰਕਰ ਨਾਟਕ, ਸਾਜ਼ਸ਼ੀ ਨਾਟਕ, ਇਹ ਇਹਨਾਂ ਦਾ ਕਰੈਕਟਰ ਹੈ। ਅਤੇ ਫਿਰ ਜਦੋਂ ਪਕੜੇ ਜਾਂਦੇ ਨੇ, ਇਹਨਾਂ ਨੂੰ ਪੁੱਛਦੇ ਵੀ ਕਿਉਂ, ਵੀ ਦਲਗੀਰ ਹੈ? ਨਹੀਂ, ਮੈਂ ਤਾਂ ਨਿਰਮਲ ਸਿੰਘ ਹਾਂ, ਜਲੰਧਰ ਰਹਿੰਦਾ। ਫਿਰ ਮੂੰਹ ਛੁਪਾਉਣ ਨੂੰ ਲੱਭਦੇ ਨੇ ਵੀ ਮੈਨੂੰ ਕੋਈ ਮੂੰਹ ਕਿੱਥੇ ਮੈਂ ਛੁਪਾਵਾਂ। ਤਾਂ ਗੁਰੂ ਤੋਂ ਬੇਮੁਖ ਹੋ ਕੇ ਕੋਈ ਸਿੱਖ ਜਿਹੜਾ ਹੈ, ਉਹ ਫਿਰ ਜਿਹੜਾ ਗੁਰੂ ਦੇ ਨਾਲ ਆ, ਉਹ ਫਿਰ ਨਿਰਭਉ ਹੈ, ਉਹਨੂੰ ਕੀ ਆਪਣੇ ਨਾਂ ਛੁਪਾਉਣ ਦੀ ਲੋੜ ਹੈ। ਜਿੰਨੀਆਂ ਪ੍ਰੀ ਖਾਲਸਾ ਪੀਰੀਅਡ ਬੈਟਲਸ ਨੇ, ਉਹਨਾਂ 'ਚ ਕੌਣ ਸ਼ਹੀਦ ਹੋਇਆ। ਔਰ ਮੈਂ ਇਹ ਵੀ ਐਗਜ਼ਾਮਪਲ ਦਿੰਦਾ, ਇੱਕ ਡਾਕਟਰ ਬੇਅੰਤ ਕੌਰ ਜੀ ਹੋਏ ਨੇ, ਉਹਨਾਂ ਨੇ ਬਚਿੱਤਰ ਨਾਟਕ ਦੀ ਕਿਤਾਬ ਲਿਖੀ, ਅੱਛੀ ਕਿਤਾਬ ਲਿਖੀ ਹੈ, ਪਰ ਗੁਰੂ ਦੀ ਭਾਸ਼ਾ ਸਮਝਣੀ ਬੜੀ ਔਖੀ ਹੈ। ਉਹ ਲਿਖਦੇ ਨੇ, ਗੁਰੂ ਸਾਹਿਬ ਨੇ ਬੀਬੀ ਵੀਰੋ ਜੀ, ਉਹਨਾਂ ਦੇ ਭੂਆ ਜੀ, ਉਹਨਾਂ ਦੇ 5 ਪੁੱਤਰ ਉਹਨਾਂ ਨੂੰ ਉਸ ਬੈਟਲ 'ਚ ਲੜਦੇ ਨੇ, ਅਤੇ ਸੰਗੋ ਸ਼ਾਹ ਜਿਹੜਾ ਵੀਰਤਾ ਨਾਲ ਲੜਿਆ, ਉਸ ਨੂੰ ਉਹਨਾਂ ਨੇ, ਗੁਰੂ ਸਾਹਿਬ ਨੇ ਟਾਈਟਲ ਦਿੱਤਾ ਸੰਗਰਾਮ ਸ਼ਾਹ। ਅਤੇ ਉਹ ਲਿਖਦੇ ਕੀ ਨੇ, ਸੰਗਰਾਮ ਸ਼ਾਹ ਗੁਰੂ ਜੀ ਦਾ ਇੱਕ ਸ਼ਹੀਦ ਸਿੱਖ, ਸੰਗੋ ਸ਼ਾਹ ਬੀਬੀ ਵੀਰੂ ਜੀ ਦਾ ਪੁੱਤਰ, ਉਹਨਾਂ 2 ਬਣਾ ਦਿੱਤੇ। ਇਹਨੂੰ ਸਮਝਣਾ ਇੰਨਾ ਸਾਡੇ PhD ਪ੍ਰੋਫੈਸਰਾਂ ਲਈ ਵੀ ਔਖਾ ਹੈ, ਜਦ ਕਿ ਦੋਵੇਂ ਇੱਕੋ ਬੰਦੇ ਨੇ। ਉਹ ਤਖੱਲਸ ਦਿੱਤਾ ਉਹਨੂੰ ਸੰਗਰਾਮ ਸ਼ਾਹ ਦਾ, ਅਤੇ ਉਹ ਵੀਰਤਾ ਦਾ ਨਿਸ਼ਾਨੀ ਜਿਹੜੀ ਹੈ, ਉਹ ਗੁਰੂ ਸਾਹਿਬ ਉਹਦੀ ਵੀਰਤਾ ਨੂੰ ਸਲਾਮ ਕਰਦੇ ਨੇ। ਉਹਦੇ 'ਚ ਜ਼ਫਰਨਾਮੇ 'ਚ ਵੀ ਜਿਹੜੀ ਵੀਰਤਾ ਉਹਦੀ, ਜਿਹਦੀ ਵੀਰਤਾ, ਉਹਦੀ ਵੀਰਤਾ ਜਿਹੜਾ ਕਾਇਰ ਹੈ, ਉਹ ਕਾਇਰ ਦਾ ਵੀ ਕਿਹਾ ਵੀ ਇਹ ਕਿਵੇਂ ਦੀਵਾਰਾਂ ਦੇ ਪਿੱਛੇ ਛੁਪਦਾ ਫਿਰਦਾ ਸੀ, ਮਰਦੂਦ। ਅਤੇ ਜਿਹੜਾ ਵੀਰਤਾ ਦਾ ਸੀ ਆਪਣਾ ਭੰਗਾਣੀ ਯੁੱਧ 'ਚ, ਉਹ 'ਚ ਵੀ ਹੁੰਦਾ ਸੀ ਵੀ ਭਾਈ ਵੀਰਤਾ ਨਾਲ ਲੜਿਆ। ਹੁਣ ਭੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਸਾਹਿਬ ਜਦੋਂ ਕਹਿੰਦੇ ਨੇ, ਬਿਆਨ ਕਰਦੇ, ਜਬੇ ਬਾਣ ਲਾਗਿਓ ਤਵੇ ਰੋਸ ਜਾਗਿਓ। ਬਾਣ ਕਿਹੜਾ ਜੀ? ਤੀਸਰਾ ਬਾਣ ਲੱਗਿਆ ਉਹਨਾਂ ਨੇ ਪੇਟੀ 'ਚ, ਪੇਟੀ ਬੈਲਟ 'ਚ। ਅਤੇ ਉਹ ਕੀ ਕਹਿ ਰਹੇ ਨੇ ਕਿ ਮੇਰੇ ਇਸ ਬੈਲਟ ਦੇ ਵਿੱਚ ਜੋ ਲੱਗਿਆ, ਉਹਦੇ 'ਚੋਂ ਮੇਰਾ ਕੋਈ ਨੁਕਸਾਨ ਨਹੀਂ ਹੈ, ਥੋੜ੍ਹੀ ਜਿਹੀ ਚੁੰਝ ਨੇ ਮੈਨੂੰ ਟੱਚ ਕੀਤਾ। ਉਹ ਬੈਲਟ ਇੱਥੇ ਮਹਾਰਾਜਾ ਪਟਿਆਲੇ ਦੇ ਤੋਸ਼ੇਖਾਨੇ 'ਚ ਪਈ ਹੈ, ਚੈੱਕ ਕਰ ਲਓ ਜਾ ਕੇ। ਜਾਪ ਸਾਹਿਬ ਵੀ ਉਕਰਿਆ ਅਤੇ ਕਾਲ ਉਸਤੋਂ ਵੀ ਉਸਤਰੀ ਹੈ। ਹੁਣ ਕਿਹੜਾ ਕਵੀ ਹੋਏਗਾ, ਕੋਈ ਪਹਿਲਾਂ ਦੱਸੋ ਕਵੀ ਕਿਹੜਾ ਜਿਹੜਾ ਜਾ ਕੇ ਉੱਥੇ ਬੈਟਲ ਲੜਦਾ? ਗੁਰੂ ਸਾਹਿਬ ਦਾ 52 ਕਵੀ ਜਿਹੜੇ ਉੱਥੇ ਪਾਉਂਟਾ ਦਰਬਾਰ 'ਚ ਵੀ 52 ਸਨ, ਬਾਕੀ ਇੱਥੇ ਆ ਕੇ ਅਨੰਦਪੁਰ ਸਾਹਿਬ ਹੋਰ ਹੋਏ। ਉਹ 52 ਕਵੀ 'ਚੋਂ ਕਿਹੜਾ ਇੱਕ ਨਾਂ ਦੱਸੋ ਜਿਹੜਾ ਉਹਦਾ ਨਾਂ ਜ਼ਿਕਰ ਹੋਵੇ ਇਸ ਬੈਟਲ ਦੇ ਵਿੱਚ?
ਤੇ ਫਿਰ ਉਹ ਬੈਲਟ, ਫਿਰ ਫਸਟ ਪਰਸਨ ਕਾ, ਜਦ ਕਿ ਜਿਹੜਾ ਪੁਰਾਣ ਤਾਂ ਲਿਖਣ ਦਾ ਢੰਗ ਹੈ ਉਹਨੂੰ ਕਹਿੰਦੇ ਨੇ ਜੀ ਇਹ ਜਿਹੜਾ ਕਥਾ ਹੈ ਨਾ ਇਹਨੂੰ ਤਾਂ ਤੁਸੀਂ ਥਰਡ ਪਰਸਨ ਕਾਊਂਟ 'ਚ ਲਿਖੋ, ਲੇਕਿਨ ਗੁਰੂ ਸਾਹਿਬ ਨੇ ਫਸਟ ਪਰਸਨ ਕਾਊਂਟ ਲਿਖਿਆ, ਉੱਤਮ ਪੁਰਖ 'ਚ ਲਿਖਿਆ। ਕਵੀ ਜਿਹੜੇ ਨੇ ਉਹਨਾਂ ਦੀ ਜਿੰਨੀਆਂ ਦੀ ਵੀ ਰਚਨਾਵਾਂ ਸਾਡੇ ਕੋਲ ਹੈ, ਸਾਰੀਆਂ ਅਲੱਗ ਅਲੱਗ ਰਚਨਾਵਾਂ ਉਹਨਾਂ ਦੇ ਕਵੀਆਂ ਦੀਆਂ ਸਾਨੂੰ ਜਿਹੜੀਆਂ ਪ੍ਰਾਪਤ ਹੁੰਦੀਆਂ ਉਹ ਥਰਡ ਪਰਸਨ ਕਾਊਂਟ ਨੇ, ਅੰਨਿਆ ਪੁਰਖ 'ਚ ਲਿਖੇ ਹੋਏ ਨੇ। ਹੁਣ ਇੱਥੋਂ ਕਲੀਅਰ ਹੋ ਗਿਆ ਨਾ ਕਿ ਗੁਰੂ ਸਾਹਿਬ ਜਿਹੜੇ ਨੇ ਆਪਣੀ ਫਸਟ ਪਰਸਨ ਅਕਾਊਂਟ ਦੇ ਵਿੱਚ ਆਪਣੀ ਬੈਟਲ ਦਾ ਜ਼ਿਕਰ ਕੀਤਾ ਉਹਨਾਂ ਨੇ। ਫਿਰ ਉਹ ਦੱਸ ਰਹੇ ਨੇ 71ਵਾਂ ਚਰਿੱਤਰ ਜ਼ਿਕਰ ਕਰ ਰਹੇ ਨੇ ਕਿ ਮੈਂ ਪੌਂਟਾ ਛੱਡ ਕੇ ਵਾਪਸ ਆ ਰਿਹਾ ਆਨੰਦਪੁਰ ਸਾਹਿਬ, ਤੇ ਰਾਹ 'ਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਕੱਤਕ ਦੀ ਪੂਰਨਮਾਸ਼ੀ ਨੂੰ। ਹੁਣ ਇਹਨਾਂ ਨੂੰ ਇਹ ਵੀ ਤਕਲੀਫ ਹੁੰਦੀ ਸੀ ਵੀ ਗੁਰੂ ਸਾਹਿਬ ਆਨੰਦਪੁਰ ਸਾਹਿਬ ਜਾ ਕੇ ਕਿਉਂ ਨਹੀਂ ਮਨਾਇਆ, ਵੀ ਹੁਣ ਫਿਰ ਤੈਨੂੰ ਪੁੱਛ ਕੇ ਮਨਾਉਣਾ ਸੀ ਗੁਰੂ ਸਾਹਿਬ ਨੇ ਵੀ ਕਿੱਥੇ ਮੈਂ ਮਨਾਵਾਂ। ਉੱਥੇ ਹੁਕਮਨਾਮੇ ਲੱਗੇ ਨੇ, ਅਸਥਾਨ ਬਣੇ ਨੇ, ਉਹ ਤਾਂ ਆਪਾਂ ਨੂੰ, ਤੇ ਤੁਹਾਡਾ ਤਾਂ ਕੋਈ ਸਥਾਨ ਹੀ ਹੈ ਨਹੀਂ ਵੀ ਤੁਸੀਂ ਜੰਮੇ ਕਿੱਥੇ ਸੀ, ਮਰਨਾ ਕਿੱਥੇ ਆ, ਤੇ ਕਿੱਥੇ ਤੁਸੀਂ ਪੜ੍ਹੇ, ਤੁਹਾਡਾ ਤਾਂ ਕੋਈ ਸਥਾਨ ਹੀ ਹੈ ਨਹੀਂ, ਕੋਈ ਤੁਸੀਂ ਤੁਹਾਡੇ ਕੰਮ ਨਹੀਂ ਹੈ। ਗੁਰੂ ਸਾਹਿਬ ਨੇ ਉਹ ਇੱਕ ਚੀਜ਼ ਦੇ ਕਿ ਗੁਰੂ ਸਾਹਿਬ ਦਾ 71ਵਾਂ ਚਰਿੱਤਰ ਜਿਹੜਾ ਉਹ ਪੌਂਟਾ ਸਾਹਿਬ ਤੱਕ ਉਹਨੇ ਰਚਨਾ ਕੀਤੀ, ਉਹਦਾ ਜ਼ਿਕਰ ਹੈ। ਕ੍ਰਿਸ਼ਨ ਅਵਤਾਰ ਕੰਪਲੀਟ ਉੱਥੇ ਕੀਤਾ ਗਿਆ, ਉਹਦਾ ਜ਼ਿਕਰ ਹੈ। ਸ਼ੁਰੂਆਤ ਆਨੰਦਪੁਰ ਸਾਹਿਬ ਕੀਤਾ, ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਵਾਲੇ ਦਿਨ ਕੀਤਾ, ਉਹਦਾ ਜ਼ਿਕਰ ਹੈ, ਡੇਟ ਪਾਈ ਹੋਈ ਹੈ। ਹੋਰ ਪ੍ਰਮਾਣ ਕੀ ਚਾਹੀਦੇ ਨੇ? ਹੋਰ ਪ੍ਰਮਾਣ ਕਿਉਂ ਚਾਹੀਦੇ ਨੇ? ਇਸ ਤੋਂ ਵੱਧ ਪ੍ਰਮਾਣ ਕੋਈ ਨਹੀਂ ਹੁੰਦਾ। ਹੁਣ ਬਚਿੱਤਰ ਨਾਟਕ ਦੇ ਬਾਕੀ ਜਿਹੜੇ ਹਿੱਸੇ ਨੇ ਉਹਨਾਂ ਦੀ ਜੇ ਆਪਾਂ ਜੇ ਗੱਲ ਕਰੀਏ ਤਾਂ ਮੇਰੇ ਖਿਆਲ 'ਚ ਹੈ ਕਿ ਸਾਨੂੰ ਟਾਈਮ ਲੱਗ ਜਾਏਗਾ ਕਈ ਚੀਜ਼ਾਂ ਦੇ ਵਿੱਚ, ਕਿ ਬਚਿੱਤਰ ਨਾਟਕ ਇੱਕ ਸੁਤੰਤਰ ਗ੍ਰੰਥ ਹੈ, ਅਤੇ ਇਹਦੇ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਗਿਆ, ਛਤਰੀ ਕਪੂਤ ਹੂੰ ਬਾਹਮਣ ਕੋ ਨਾ। ਹੁਣ ਪੁੱਛੋ ਬਈ ਹੁਣ ਤੁਸੀਂ ਬ੍ਰਾਹਮਣ ਦਾ ਗ੍ਰੰਥ ਕਹਿੰਦੇ ਹੋ, ਬ੍ਰਾਹਮਣ ਦੀ ਚਾਲ ਕਹਿ ਰਹੇ ਹੋ, ਚਲਾਕ ਬ੍ਰਾਹਮਣ ਦੀ ਚਾਲ। ਫਿਰ ਬ੍ਰਾਹਮਣ ਨੇ ਕਿਸੇ ਨੇ ਲਿਖਿਆ ਸੀ, ਫਿਰ ਕਾਲ ਦਸਤਤ ਵੀ ਪੂਰੀ ਕਰ ਦਿੰਦਾ, ਗਿਆਨ ਪ੍ਰਬੋਧ ਵੀ ਪੂਰੀ ਕਰ ਦਿੰਦਾ, ਤ੍ਰਿਆ ਚਰਿਤਰ 325 ਚਰਿਤਰ ਵੀ ਪਾ ਦਿੰਦਾ, ਕ੍ਰਿਸ਼ਨ ਅਵਤਾਰ ਦੇ ਵੀ ਜਿਹੜੇ ਛੰਦ ਨਹੀਂ ਮਿਲੇ ਉਹ ਵੀ ਵਿੱਚ ਪਾ ਦਿੰਦਾ, ਆਪਣੀ ਕਥਾ ਵੀ ਕੰਪਲੀਟ ਕਰ ਦਿੰਦਾ। ਕਿਉਂਕਿ ਐਸੀ ਤੁੱਕਾਕਾਰੀ ਉਹ ਇਤਿਹਾਸ ਦੇ ਪੰਨਿਆਂ 'ਤੇ ਕਿਤੇ ਨਹੀਂ ਮਿਲੇਗੀ। ਹੁਣ ਜਿਹੜੀ ਇੱਕ ਹੋਰ ਜਿਹੜਾ ਤਰਕ ਦਿੰਦੇ ਸੀ ਕਿ ਜੀ ਜੇ ਗੁਰੂ ਸਾਹਿਬ ਦੀ ਰਚਨਾ ਜੇ ਨਾਲ ਲਾ ਦੇਣਾ ਤੇ ਉਹ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਸ਼ਾਮਲ ਕੀਤੀ ਗਈ? ਪਹਿਲਾਂ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਪੜ੍ਹਿਆ ਤਾਂ ਮਤਲਬ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੁੰਦਾ ਤਾਂ ਦੇਖਦੇ ਹੋ ਤਾਂ ਰਾਗਾਂ 'ਚ ਹੈ, ਇਹ ਛੰਦਾਂ 'ਚ ਹੈ। ਅਤੇ ਗੁਰੂ ਅਰਜਨ ਦੇਵ ਜੀ ਨੇ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਵੀ ਪ੍ਰਮਾਣਿਕ ਬਾਣੀ ਦਾ ਦਰਜਾ ਦਿੱਤਾ। ਭਾਈ ਜੀ ਦੀ ਬਾਣੀ ਤਾਂ ਮਾਨੋ ਸ਼ਬਦ ਦਾ ਟੀਕਾ, ਅਸੀਂ ਕਹਿੰਦੇ ਕੀ ਟੂ ਗੁਰੂ ਗ੍ਰੰਥ ਸਾਹਿਬ, ਅਤੇ ਉਹ ਵੀ ਨਾਲ ਲਾ ਦਿੰਦੇ। ਅਤੇ ਜਦੋਂ ਭਾਈ ਮਨੀ ਸਿੰਘ ਜੀ ਨੇ ਬੀੜ ਤਿਆਰ ਕੀਤੀ ਉਹਦੇ 'ਚ ਉਹਨਾਂ ਨੇ ਬਾਣੀ ਨੂੰ ਗੁਰੂ ਵਾਈਜ਼ ਕਰਤਾ, ਅਤੇ ਪਿੱਛੇ ਦਸਮ ਗ੍ਰੰਥ ਦੀ ਬਾਣੀ 600 ਕਿੰਨੇ ਪੱਤਰੇ ਤੋਂ ਸ਼ੁਰੂ ਕਰਦੇ ਨੇ, ਉਹ ਵੀ ਆਪਾਂ ਨੂੰ ਮਨਜ਼ੂਰ ਨਹੀਂ। ਜੇ ਤਾਂ ਉਸ ਤਰ੍ਹਾਂ ਹੁੰਦੀ ਫਿਰ ਤਾਂ ਠੀਕ ਹੈ ਵੀ ਇਹ ਗੁਰੂਆਂ ਦੀ ਹੈਗੀ ਆ, ਅਤੇ ਫਿਰ ਉਸ ਦੇ ਵਿੱਚ ਆਪਾਂ ਪਿੱਛੇ ਦਸਮ ਗ੍ਰੰਥ ਦੀ ਬਾਣੀ ਲਾ ਦਿੰਦੇ ਹਾਂ, ਜਦ ਉਹਦਾ ਵਿਧਾਨ ਹੀ ਅਲੱਗ ਹੈ। ਠੀਕ ਹੈ, ਅਤੇ ਉਸ ਵਿਧਾਨ ਦੇ ਵਿੱਚ ਹੈ ਨਹੀਂ, ਉਹ ਉਸ ਫਾਰਮੈਟ 'ਚ ਨਹੀਂ ਲਿਖੀ ਗਈ ਚੀਜ਼, ਰਾਗਾਂ 'ਚ ਨਹੀਂ ਹੈ, ਛੰਦਾਂ 'ਚ ਹੈ, ਤਾਂ ਕਿਵੇਂ ਉਹਦੇ 'ਚ ਉਹ ਦਾਖਲ ਕਰ ਦਿੰਦੇ? ਫਿਰ ਤਾਂ ਭਾਈ ਗੁਰਦਾਸ ਜੀ ਵੀ ਜਿਹੜੇ ਨੇ ਸਵਈਏ ਅਤੇ ਵਾਰਾਂ ਜਿਹੜੀਆਂ ਉਹਦੇ 'ਚ ਆ ਜਾਣੀਆਂ ਚਾਹੀਦੀਆਂ ਸੀ, ਵਾਰਾਂ ਤਾਂ ਹੈ ਹੀ ਨੇ ਨਾ ਉਹਦੇ 'ਚ ਗੁਰੂ ਗ੍ਰੰਥ ਸਾਹਿਬ 'ਚ। ਸੋ ਇਹਨਾਂ ਦੇ ਜਿਹੜੇ ਤਰਕ ਨੇ ਨਾ ਇੰਨੇ ਕੁ ਹਲਕੇ ਨੇ, ਇਹ ਬੇਥਵੀਆਂ ਨੇ, ਤਰਕ ਵੀ ਨਹੀਂ ਬੇਥਵੀਆਂ ਨੇ। ਸਾਡੇ ਕੋਲ ਜਦੋਂ ਕਿਸੇ ਚੀਜ਼ ਦਾ ਪ੍ਰਮਾਣ ਨਾ ਹੋਏ, ਪ੍ਰਮਾਣ ਲੱਭਣਾ ਪੈਂਦਾ। ਅੱਜ ਜਿੰਨੇ ਵੀ BBC ਵਾਲੇ ਵੀ ਨੇ ਨਾ, ਜਦੋਂ ਦੇਖਦੇ ਨੇ ਨਾ ਕਿ ਕੋਈ ਚੀਜ਼ ਦਾ ਪ੍ਰਮਾਣ ਨਹੀਂ ਮਿਲ ਰਿਹਾ, ਹੁਣ ਜਿਹੜੇ ਹਜ਼ਾਰਾਂ ਸਾਲ ਪੁਰਾਣੀ ਚੀਜ਼ਾਂ ਤਾਂ ਪ੍ਰਮਾਣ ਨਹੀਂ ਮਿਲਦੇ, ਅਤੇ ਫਿਰ ਉਹ ਜਿਹੜੀ ਦੰਦ ਕਥਾਵਾਂ ਨਾ ਉਹਦੇ ਬੇਸ 'ਤੇ ਉਹ ਚੀਜ਼ ਨੂੰ ਨਰੇਟਿਵ ਬਣਾਉਂਦੇ ਨੇ। ਸਾਡੇ ਕੋਲ ਆਪਣਾ ਜਿਹੜਾ ਇਤਿਹਾਸਕ ਨਰੇਟਿਵ ਹੈ,
ਅਸੀਂ ਉਸ ਨੂੰ ਮਿਥਿਹਾਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਿਥਿਹਾਸ ਕੁਛ ਨਹੀਂ ਹੁੰਦਾ, ਮਿਥਿਹਾਸ ਇਤਿਹਾਸ ਹੀ ਹੁੰਦਾ। ਇੱਕ ਬੰਦੇ ਨੂੰ ਕਿਸੇ ਨੂੰ ਪੁੱਛ ਲਓ, ਤੇਰੇ ਪਿਤਾ ਜੀ ਦਾ ਨਾਂ ਪਤਾ ਹੋਏਗਾ, ਦਾਦੇ ਦਾ ਨਾਂ ਪਤਾ ਹੈਗਾ, ਪੜਦਾਦੇ ਦਾ ਨਾਂ ਪਤਾ, ਉਸ ਤੋਂ ਪਿੱਛੇ ਖਾਲੀ। ਪਰ ਇਹ ਤਾਂ ਨਹੀਂ ਵੀ ਹੋਏ ਨਹੀਂ, ਹੋਏ ਨੇ। ਉਹ ਤੁਹਾਨੂੰ ਨਹੀਂ ਪਤਾ, ਇਸ ਲਈ ਤੁਹਾਡੇ ਲਈ ਮਿਥਿਹਾਸ ਹੈ। ਜਿਸ ਦਿਨ ਉਹ ਪਤਾ ਲੱਗ ਜਾਏ, ਉਹ ਇਤਿਹਾਸ ਬਣ ਜਾਂਦਾ। ਅਤੇ ਡਾਕਟਰ ਅਸ਼ੋਕ ਕੁਮਾਰ ਮਜ਼ੁਮਦਾਰ ਨੇ ਇੱਕ ਬਹੁਤ 100 ਸਾਲ ਪਹਿਲਾਂ ਦੀ ਲਿਖੀ ਹੈ ਹਿੰਦੂ ਹਿਸਟਰੀ, ਬੜਾ ਕਲੀਅਰ ਦੱਸਦੇ ਵੀ ਇੱਕ ਵਾਰ 2 ਪੁਰਾਣ ਛੱਡ ਕੇ ਬਾਕੀ ਸਾਰੇ ਜਿਹੜੇ ਨੇ ਕਰਪਟ ਹੋ ਚੁੱਕੇ ਨੇ। ਅਤੇ ਉਸ ਦੀ ਇੱਕ ਪੂਰੀ ਹੁਣ ਇੱਕ ਕਿਤਾਬ ਆਈ ਹੈ, ਡੀ ਬ੍ਰਾਹਮਣਾਈਜ਼ਿੰਗ ਦੀ ਹਿਸਟਰੀ, ਵੀ ਕਿਵੇਂ ਵੇਦਾਂ ਨੂੰ ਡਿਸਟੋਰਟ ਕੀਤਾ ਗਿਆ, ਇੰਟਰਪੋਲੇਸ਼ਨਸ ਕੀਤੀਆਂ ਗਈਆਂ, ਪੁਰਾਣਾਂ 'ਚ ਕੀਤੀਆਂ ਗਈਆਂ, ਕਿਉਂ ਕੀਤੀਆਂ ਗਈਆਂ। ਇੱਥੇ ਬ੍ਰਾਹਮਣਾਂ ਦਾ ਰੋਲ ਆ ਗਿਆ। ਬ੍ਰਾਹਮਣ ਨੇ ਦੇਖਿਆ ਕਿ ਜਿਹੜੇ ਛਤਰੀ ਨੇ, ਇਹਨਾਂ ਦੀ ਚੜ੍ਹਤ ਬਹੁਤ ਹੋਣੀ ਸ਼ੁਰੂ ਹੋ ਗਈ ਹੈ, ਕਿਉਂਕਿ ਲੋਕਾਂ ਨੂੰ ਪ੍ਰੋਟੈਕਟ ਕਰਦੇ ਨੇ। ਇਸ ਲਈ ਸਾਡਾ ਸਿਧਾਂਤ ਹੈ ਦੇਗ ਤੇਗ ਦਾ ਫਤਿਹ, ਵੀ ਭੁੱਖੇ ਨੂੰ ਰੋਟੀ ਦਿਓ ਅਤੇ ਮੁਲਜ਼ਮ ਦੀ ਤੁਸੀਂ ਰੱਖਿਆ ਕਰੋ। ਉਹਨਾਂ ਨੇ ਫਿਰ ਪੁਰਾਣਿਕ ਸਾਹਿਤ ਦੇ ਵਿੱਚ ਜਿਹੜੇ ਖੱਤਰੀ ਸਨ, ਉਹਨਾਂ ਦਾ ਰੋਲ ਜਿਹੜਾ ਨਾ ਉਹਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਗੁਰੂ ਸਾਹਿਬ ਨੇ ਉਹ ਰੀਸਟੈਬਲਿਸ਼ ਕੀਤਾ, ਪੁਰਾਣਿਕ ਸਾਹਿਤ ਨੂੰ ਮੁੜ ਸੁਰਜੀਤ ਕੀਤਾ, ਇਤਿਹਾਸਕ ਉਸ ਨੂੰ ਜਾਮਾ ਪਹਿਨਾਇਆ, ਅਤੇ ਨਾਲ ਕਿਹਾ ਛਤਰੀ ਕੋ ਪੂਤ ਹੂੰ ਬਾਮਨ ਕੋ ਨਾਈ। ਅਵਤਾਰ ਉੱਥੇ ਲਿਖਣ ਨਾਲ ਅਵਤਾਰਵਾਦ ਨਹੀਂ ਹੋ ਜਾਂਦਾ। ਗੁਰੂ ਨੇ ਕਿਸੇ ਵੀ ਅਵਤਾਰ ਦੀ ਪੂਜਾ ਦੇ ਲਈ ਕਿਤੇ ਕੁਛ ਹਦਾਇਤ ਦਿੱਤੀ ਹੋਵੇ ਤਾਂ ਜ਼ਰੂਰ ਦੱਸਣਾ ਜੀ, ਵਿੱਚੋਂ ਨਹੀਂ। ਪਹਿਲਾਂ ਮੰਗਲਾਚਰਨ ਪੜ੍ਹੋ, ਫਿਰ ਐਪੀਲੌਗ ਪੜ੍ਹੋ, ਫਿਰ ਗੱਲ ਕਰਨਾ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ। ਉਹਨਾਂ ਦੀ ਪੂਜਾ ਦੀ ਕਹਿ ਰਿਹਾ ਕਿ ਉਹਨਾਂ ਦੀ ਭਸਨਾ ਕਰ ਰਹੇ ਨੇ, ਵੀ ਇਹ ਯੈਸ ਰਿਸਪੈਕਟ ਅਸੀਂ ਕਰਾਂਗੇ ਜੀ, ਕਿਉਂਕਿ ਸਾਰੇ ਅਵਤਾਰੀ ਪੁਰਸ਼ ਉਸ ਇੱਕ ਜੋਤ ਦੇ ਅੰਸ਼ ਨੇ। ਉੱਥੇ ਦੇ ਅੰਸ਼ ਅਵਤਾਰ ਵੀ ਕਿਹਾ ਗਿਆ ਉਹਨਾਂ ਦੇ ਅਵਤਾਰ, ਇੱਕ ਅਵਤਾਰ ਅਤੇ ਇੱਕ ਅੰਸ਼ ਅਵਤਾਰ ਵੀ, ਉਹ ਅੰਸ਼ ਨੇ। ਅਸੀਂ ਉਹਨਾਂ ਦੀ ਰਿਸਪੈਕਟ ਕਰਨੀ, ਉਹਨਾਂ ਦੇ ਕੰਮਾਂ ਦੀ ਰਿਸਪੈਕਟ ਕਰੋ, ਪਰ ਉਹ ਵਰਸ਼ਿਪ ਦੇ ਯੋਗ ਨਹੀਂ, ਵਰਸ਼ਿਪ ਨਹੀਂ ਉਹਨਾਂ ਦੀ ਕਰਨੀ। ਅਤੇ ਨਾ ਹੀ ਗੁਰੂ ਨੇ ਕਿਹਾ ਵੀ ਸਾਡੀ ਤੁਸੀਂ ਵਰਸ਼ਿਪ ਕਰੋ। ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਦਾ ਤਾਂ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਤਨਖਾਹਨਾਮਾ 'ਚ ਨਾ ਆਪਣਾ ਨਿਰਗੁਣ ਸਰੂਪ, ਸਰਗੁਣ ਸਰੂਪ ਦੀ ਗੱਲ ਕਰਦੇ ਨੇ, ਅਤੇ ਸ਼ਬਦ ਗੁਰੂ ਦੀ ਗੱਲ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਸੀ ਵੀ ਗੁਰੂ ਸਾਹਿਬ ਤੁਹਾਡਾ ਸਾਥ ਕਿਵੇਂ ਰਹੇਗਾ, ਤਾਂ ਉਹਨਾਂ ਨੇ ਕਿਹਾ ਵੀ ਜੇ ਤਾਂ ਮੇਰੀ ਦੇਹ ਨਾਲ ਜੁੜੋਗੇ ਅਤੇ ਵਿਛੜ ਜਾਓਗੇ, ਜੇ ਮੇਰੇ ਸ਼ਬਦ ਨਾਲ ਜੁੜੋਗੇ ਤਾਂ ਮੈਂ ਤੁਹਾਡੇ ਨਾਲ ਰਹਾਂਗਾ। ਅਤੇ ਕਿਉਂ, ਦੇਹ ਨਾਸ਼ਵਾਨ ਹੈ। ਇਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਕਹੀ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਫਿਰ ਭਾਈ ਗੁਰਦਾਸ ਜੀ ਦੀ ਵਿੱਚ ਆਉਂਦਾ ਵੀ ਉਹਨਾਂ ਪੁੱਛਿਆ ਹੁਣ ਹੋਰ ਕਿੰਨੇ ਗੁਰੂ ਹੋਣਗੇ, ਤਾਂ ਗੁਰੂ ਸਾਹਿਬ ਨੇ ਕਿਹਾ 2+2, 4 ਵੀ ਕਹਿ ਸਕਦੇ ਸੀ। 2+2 ਕਿਉਂਕਿ ਉਸ ਸਕਸੈਸ਼ਨ 'ਚ ਨਹੀਂ ਹੈ, 2 ਪਿਓ ਪੁੱਤਰ ਦੀ ਜੋੜੀ, ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ। ਤਾਂ ਇਹ ਜਿਹੜੀ ਹੈ ਫਿਰ ਇੱਕ ਹੋਰ ਟੋਂਗ ਰੱਖ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਗੁਰਿਆਈ ਕਿਹਨੂੰ ਦਿੱਤੀ ਸੀ, ਵੀ ਉਹ ਤਾਂ ਗੁਰੂ ਨਾਨਕ ਦੇਵ ਜੀ ਨੇ ਚਲਾਈ। ਜਿਹੜੀ ਇੱਕ ਪਰੰਪਰਾ ਹੈ, ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਕਿ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਜੋਤ ਟਰਾਂਸਫਰ ਕਰਨੀ ਹੈ ਤਾਂ ਉਹਨਾਂ ਨੇ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਪੋਥੀ ਤਿਆਰ ਕੀਤੀ ਸੀ ਨੇ, ਉਹ ਦਿੱਤੀ ਗਈ। ਇਹ ਪਾਰਟ ਆਫ ਸਪਿਰਿਚੁਅਲ ਰਿਗੇਲੀਆ ਸੀ, 5 ਪੈਸੇ ਨਾਰੀਅਲ ਅਤੇ ਪੋਥੀ ਸਾਹਿਬ। ਧੀਰਮਲ ਨੇ ਜਦੋਂ ਦੇਖਿਆ ਕਿ ਵੀ ਮੈਂ ਗੁਰੂ ਬਣਨਾ, ਅਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਚੱਕੀ ਸੀ ਨਾ, ਅਤੇ ਗੁਰੂ ਤੇਗ ਬਹਾਦਰ ਨੇ ਕਿਹਾ ਵੀ ਕੋਈ ਨਹੀਂ, ਇਹਨੂੰ ਵਾਪਸ ਕਰ ਦਿਓ, ਦੇਖ ਲੈਣੇ ਮੈਨੂੰ ਕੋਈ ਗੁਰੂ ਮੰਨ ਲੈਂਦਾ। ਕਿਸੇ ਨੇ ਨਹੀਂ ਮੰਨਿਆ। ਅਤੇ ਉਹੀ ਜੋਤ ਜਿਹੜੀ ਹੈ, ਜਦੋਂ ਗੁਰੂ ਸਾਹਿਬ ਨੇ ਅੰਤਲਾ ਸਮਾਂ ਆਉਂਦਾ ਤਾਂ ਗੁਰੂ ਸਾਹਿਬ ਉਹ ਜੋਤ ਨੂੰ ਅੱਗੇ ਸਕਸੈਸਰ ਬਣਾ ਦਿੰਦੇ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ ਰਕਸ਼ਕ ਹੁੰਦੇ ਸੀ ਮੰਗਲ ਸਿੰਘ, ਲక్ష్ਮੀਪੁਰ ਬਿਹਾਰ ਤੋਂ। ਉਹਨਾਂ ਦਾ ਹੱਥ ਲਿਖਤ ਇੱਕ ਖਰੜਾ ਮਿਲਿਆ, ਅਖੀਰਲੇ 20 ਦਿਨਾਂ ਦਾ ਬਿਰਤਾਂਤ ਹੈ ਗੁਰੂ ਸਾਹਿਬ ਦਾ, ਟਾਈਮ ਡੇਟ ਪਾ ਕੇ। ਉਹ ਵੀ ਦੱਸਦੇ ਜਦ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 13ਵੇਂ ਦਿਨ ਭੋਗ ਪਾਇਆ ਗਿਆ, ਅਕਾਲ ਉਸਤਤ 'ਚੋਂ ਸਵਈਏ ਪੜ੍ਹੇ ਗਏ। ਹੋਰ ਪ੍ਰਵਾਨ ਕੀ ਚਾਹੀਦਾ ਸੀ।
ਗੁਰੂ ਸਾਹਿਬ ਨੂੰ ਆਪਾਂ ਆਸਥਾ ਕਰਨਾ, ਉਹਨਾਂ ਦੀ ਕਿਸੇ ਅਕਸ ਨੂੰ ਵਿਗਾੜਨਾ, ਇਹ ਸਾਡੇ ਲਈ ਘਾਤਕ ਸਿੱਧ ਹੋਏਗਾ। ਬੜਿਆਂ ਲਈ ਹੋ ਚੁੱਕਾ। ਅੱਜ ਜਿਹੜੇ ਭਸੌੜੀਆਂ ਨੇ ਸ਼ੁਰੂ ਕੀਤਾ ਸੀ ਕੰਮ, ਅੱਜ ਉੱਥੇ ਕੌਣ ਹੈ? ਕੋਈ ਵੀ ਨਹੀਂ ਹੈ, ਕੋਈ ਨਾਮ ਲੇਵਾ ਨਹੀਂ ਹੈ। ਕਿੱਥੇ ਇੰਨੀ ਖਲਕਤ ਪਹੁੰਚਦੀ ਸੀ ਹੈਂ। ਭਾਈ ਰਣਜੀਤ ਸਿੰਘ ਨੇ ਨਾਤਾ ਤੋੜ ਲਿਆ, ਸੰਤ ਅਰਜਨ ਸਿੰਘ ਨੇ ਨਾਤਾ ਤੋੜ ਲਿਆ, ਸੰਗਤ ਨੇ ਤੋੜ ਲਿਆ। ਇਹ ਜਿਹੜੀਆਂ ਬੇਥਵੀਆਂ ਯੱਕੜਬਾਜ਼ੀਆਂ ਅਤੇ ਅਟਕਲਬਾਜ਼ੀਆਂ ਨੇ ਨਾ, ਇਹ ਕੁਛ ਬੰਦਿਆਂ ਨੂੰ ਤਾਂ ਭਰਮਾ ਸਕਣਗੀਆਂ, ਤੁਹਾਨੂੰ ਪੈਸਾ ਵੀ ਦੇ ਸਕਣਗੀਆਂ, ਪਰ ਗੁਰੂ ਦਰਬਾਰ ਦੇ ਵਿੱਚ ਐਕਸੈਪਟ ਨਹੀਂ ਹੁੰਦੀਆਂ। ਅਤੇ ਇਹ ਗੁਰੂ ਦਰਬਾਰ ਸਿਰਫ ਧੱਕੇ ਪੈਣੇ ਨੇ। ਇੱਥੇ ਵੀ ਆਪਾਂ ਨੂੰ ਧੱਕੇ ਹੀ ਪੈ ਰਹੇ ਨੇ ਅਤੇ ਉੱਥੇ ਵੀ ਧੱਕੇ ਪੈਣੇ, ਅਤੇ ਫਿਰ ਜ਼ਿੰਦਗੀ ਦੇ ਆਉਣ ਦਾ ਮਕਸਦ ਕੀ ਪੂਰਾ ਕਰ ਲਿਆ ਆਪਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।